ਜੇਕਰ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਕਈ ਐਲਾਨ ਕੀਤੇ ਨੇ ਤੇ ਆਪਣੇ ਤੇ ਜਿਹੜੇ ਇਲਜ਼ਾਮ ਲੱਗਦੇ ਨੇ ਉਹਨਾਂ ਦੇ ਜਵਾਬ ਵੀ ਦਿੱਤੇ। ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਖਾਸੇ ਚਿਰ ਤੋਂ ਕਹਿ ਰਹੇ ਸੀ ਕਿ ਉਹਨਾਂ ਕੋਲੇ ਬਦਲ ਬਹੁਤ ਨੇ। ਕਾਂਗਰਸੀ ਆਗੂ ਇਹ ਇਲਜ਼ਾਮ ਲਾਉਂਦੇ ਸੀ ਕਿ ਕੈਪਟਨ ਸਾਹਿਬ ਭਾਰਤੀ ਜਨਤਾ ਪਾਰਟੀ ਨਾਲ ਰਲੇ ਹੋਏ ਨੇ ਜੀ। ਉਹਦਾ ਇੱਕ ਕਾਰਨ ਪਿਛਲੇ ਕਾਫੀ ਸਮੇਂ ਤੋਂ, ਜਦੋਂ ਤੋਂ ਖਾਸ ਕਰ ਇਹ 3 ਖੇਤੀ ਕਾਨੂੰਨ ਬਣੇ ਨੇ, ਕਿਸਾਨਾਂ ਨੇ ਦਿੱਲੀ ਦੇ ਬਾਰਡਰ ਮੱਲੇ ਨੇ। ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਤੇ ਹੋਰ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏਗੀ। ਉਦੋਂ ਲੋਕ ਨਜ਼ਰ ਆਉਂਦੇ ਸੀ ਭਾਰਤੀ ਜਨਤਾ ਪਾਰਟੀ ਕਿਵੇਂ ਸਰਕਾਰ ਬਣਾ ਲਏਗੀ, ਵੀ ਭਾਰਤੀ ਜਨਤਾ ਪਾਰਟੀ ਨੂੰ ਤਾਂ ਕਿਸਾਨ ਵਿੜੇ ਨਹੀਂ ਖੜਨ ਦਿੰਦੇ। ਲਗਾਤਾਰ ਉਹਨਾਂ ਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਤੇ ਹੋਰ ਬੜਾ ਕੁਝ ਕੀਤਾ ਜਾ ਰਿਹਾ ਹੈਗਾ। ਹੁਣ ਸਮਝ ਆਈ ਲੋਕਾਂ ਨੂੰ ਕਿ ਭਾਰਤੀ ਜਨਤਾ ਪਾਰਟੀ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੋਈ ਨਾ ਕੋਈ ਖਿਚੜੀ ਖਾਸੇ ਚਿਰ ਤੋਂ ਪਕਾ ਰਹੇ ਸਨ। ਜਿਹੜਾ ਬੀਬੀ ਸੋਨੀਆ ਗਾਂਧੀ ਵੱਲੋਂ ਇੱਕਦਮ ਇਹ ਕਹਿ ਦੇਣਾ ਅਮਰਿੰਦਰ ਅਸਤੀਫਾ ਦੇ ਦਿਓ, ਇਹ ਇੱਥੋਂ ਤੱਕ ਦੀ ਨੌਬਤ ਜਿਹੜੀ ਹੈ ਉਹ ਇੱਕਦਮ ਨਹੀਂ ਆਈ। ਇਹਦਾ ਮਤਲਬ ਉਹਨਾਂ ਕੋਲੇ ਵੀ ਕੈਪਟਨ ਸਾਹਿਬ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਘਿਓ ਖਿਚੜੀ ਵਾਲੀ ਗੱਲ ਹੈ, ਇਹਦਾ ਹਿਸਾਬ ਕਿਤਾਬ ਤੇ ਇਹਦੀ ਜਾਣਕਾਰੀ ਹੋਵੇ, ਜਿਹਦੇ ਕਰਕੇ ਉਹਨਾਂ ਨੇ ਪਹਿਲਾਂ ਤੋਂ ਹੀ ਇਹਨਾਂ ਦੇ ਨਾਲ ਆਪ ਦਾ ਰਾਬਤਾ ਰੱਖਿਆ ਹੋਇਆ ਹੈਗਾ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਪ੍ਰਗਟ ਸਿਉ ਨੇ ਆਖਿਆ ਸੀ ਕਿ ਕੈਪਟਨ ਸਾਹਿਬ ਇਹ ਬਹੁਤ ਲੰਬੇ ਸਮੇਂ ਤੋਂ ਭਾਜਪਾ ਦੇ ਹੱਥਾਂ 'ਚ ਖੇਡ ਰਹੇ ਆ ਤੇ ਕਾਂਗਰਸ ਦਾ ਵਿਗਾੜ ਪੈਦਾ ਕਰ ਰਹੇ ਆ। ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਅਜਿਹੀਆਂ ਕਈ ਖੇਡਾਂ ਖੇਡੀਆਂ। ਉਹਨਾਂ ਨੇ ਗੋਆ ਦੇ ਵਿੱਚ ਚੰਗੀ ਭਲੀ ਬਣਦੀ ਸਰਕਾਰ ਕਾਂਗਰਸ ਦੀ ਤੋੜ ਕੇ ਬੰਦੇ ਖਰੀਦ ਕੇ ਆਪਦੇ 'ਚ ਸ਼ਾਮਲ ਕਰ ਲਏ ਤੇ ਉੱਥੇ ਸਰਕਾਰ ਬਣਾ ਲਈ। ਮੱਧ ਪ੍ਰਦੇਸ਼ ਦੇ ਵਿੱਚ ਚੰਗਾ ਭਲਾ ਕਮਲਨਾਥ ਮੁੱਖ ਮੰਤਰੀ ਬਣਿਆ ਹੋਇਆ ਸੀ, ਉੱਥੇ ਕਾਂਗਰਸ ਦੀ ਖੇਡ ਵਿਗਾੜ ਕੇ ਜੋਤੀ ਅਦਿੱਤਿਆ ਰਾਏ ਸਿੰਧੀਆ ਨੂੰ ਨਾਲ ਲਾ ਕੇ ਉੱਥੇ ਵੀ ਕਾਂਗਰਸ ਦੀ ਸਰਕਾਰ ਤੋੜ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਰਕਾਰ ਬਣਾ ਲਈ। ਸੋ ਲੰਬੇ ਸਮੇਂ ਤੋਂ ਉਹ ਪੰਜਾਬ ਦੇ ਵਿੱਚ ਵੀ ਨਜ਼ਰ ਰੱਖੀ ਬੈਠੇ ਸਨ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਪੰਜਾਬ ਦੀ ਸੱਤਾ ਤੇ ਕਾਬਜ ਹੋਣਾ ਹੈ, ਪੰਜਾਬ ਦੇ ਵਿੱਚ ਜਾਣਾ ਹੈ, ਪੰਜਾਬ ਨੂੰ ਸੱਤਾ ਹੱਥ ਆਉਣਾ ਹੈ। ਕਈ ਆਗੂਆਂ ਨੇ ਇੱਕ ਹੋਰ ਕਿਹਾ ਪ੍ਰਗਟ ਸਿਉ ਨੇ, ਉਹ ਕਹਿੰਦੇ ਕੈਪਟਨ ਸਾਹਿਬ ਤੁਸੀਂ ਨਵਜੋਤ ਸਿੱਧੂ ਦੇ ਮੁਕਾਬਲੇ ਦਾ ਮਗਰੋਂ ਲੜ ਲਿਓ, ਪਹਿਲਾਂ ਜਲੰਧਰ ਕੈਂਟ ਤੋਂ ਆ ਕੇ ਮੇਰੇ ਮੁਕਾਬਲੇ ਲੜੋ। ਕਿ ਜਦੋਂ ਅਮਿਤ ਸ਼ਾਹ ਨੂੰ ਕੈਪਟਨ ਸਾਹਿਬ ਮਿਲਣ ਵਾਸਤੇ ਗਏ, ਕਈਆਂ ਆਗੂਆਂ ਨੇ, ਕਾਂਗਰਸ ਵਾਲਿਆਂ ਨੇ ਦੋਸ਼ ਲਾਏ ਨੇ ਕਿ ਉਹਨਾਂ ਨੇ ਅਜੀਤ ਡੋਵਾਲ ਕੋਲੇ ਭੇਜਤਾ, ਜਿਹੜਾ ਮੁੱਖ ਮੰਤਰੀ ਦਾ ਸੁਰੱਖਿਆ ਸਲਾਹਕਾਰ ਹੈ। ਉਹਦਾ ਮੁੱਖ ਕਾਰਨ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਰੂਸਾ ਬੀਬੀ ਨਾਲ ਯਾਰੀ ਹੈ, ਭਾਵੇਂ ਸਫਾਈਆਂ ਰੂਸਾ ਬੀਬੀ ਵੀ ਦੇ ਰਹੀ ਹੈ, ਮੇਰੀ ਜਾਂਚ 'ਚ ਜੀ ਤੋਂ ਮਰਜ਼ੀ ਕਰਾ ਲਓ, ਐਂ ਕਿਤੇ ਥੋੜ੍ਹੀ ਪੈਸੇ ਦੂਜੇ ਮੁਲਕਾਂ 'ਚ ਚੱਲ ਜਾਂਦੇ ਆ। ਇਹ ਗੱਲ ਹੋਰ ਕਹੀ ਹੈ ਕਿ ਖੇਤੀ ਮੈਂ ਜਦੋਂ ਹੁਣ ਖੇੜੇ ਖੇਡੀ ਜਾ ਰਹੀ ਹੈ ਕਿ ਕੈਪਟਨ ਸਾਹਿਬ ਨੇ ਜਦੋਂ ਗੰਨੇ ਦਾ ਭਾਅ ਵਧਾਇਆ, ਉਸ ਵੇਲੇ ਕੁਝ ਖੇਤੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਉਹਨਾਂ ਨੂੰ ਮਿਲੇ ਸਨ, ਆਪਸ ਵਿੱਚ ਦੀ ਗੱਲਬਾਤ ਹੋਈ ਹੈ। ਹੋ ਸਕਦਾ ਹੈ ਕੈਪਟਨ ਸਾਹਿਬ ਨੂੰ ਵਿਚੋਲਾ ਬਣਾ ਕੇ ਇਹ ਕਾਨੂੰਨ ਰੱਦ ਕਰਾਏ ਜਾਣ। ਉਹਨਾਂ ਕਿਸਾਨਾਂ ਦੀ ਸਪੋਰਟ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਇੱਕ ਵਾਰੀ ਇਹ ਕਾਨੂੰਨਾਂ ਦਾ ਰੱਦ ਕਰਕੇ ਫਾਹਾ ਵੱਢ ਦਿਓ, ਭਾਵੇਂ ਮਹੀਨੇ ਬਾਅਦ ਹੀ ਜਦੋਂ ਵੋਟਾਂ ਪੈ ਜਾਣ 5 ਰਾਜਾਂ 'ਚ ਦੁਬਾਰਾ ਲਾਗੂ ਕਰ ਲਓ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਰਦਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤਾਂ ਉਹਨਾਂ ਨੇ ਵੀ ਲੁਧਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਕਈ ਨਵੇਂ ਐਲਾਨ ਕੀਤੇ ਨੇ। ਜਦੋਂ ਤੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਚੰਨੀ ਸਾਹਿਬ, ਮੇਰਾ ਖਿਆਲ ਹੈ ਕਿ ਸੌਂਦੇ ਤਾਂ 2-4-5 ਘੰਟੇ ਹੀ ਹੋਣਗੇ। ਉਹ ਕੰਮ ਬਹੁਤ ਤੇਜ਼ੀ ਨਾਲ ਕਰ ਰਹੇ ਨੇ ਜੀ। ਉਹਨਾਂ ਦੀ ਕਾਰਗੁਜ਼ਾਰੀ ਤੇ ਕਈਆਂ ਨੇ ਸਵਾਲ ਵੀ ਚੱਕੇ ਨੇ, ਕੈਪਟਨ ਸਾਹਿਬ ਵੀ ਸਵਾਲ ਚੱਕਦੇ ਨੇ, ਜਿਨ੍ਹਾਂ ਨੇ ਕਦੇ ਮੇਰਾ ਖਿਆਲ 4.5 ਸਾਲ ਦੇ ਵਿੱਚ ਜਿੰਨੀਆਂ ਮੀਟਿੰਗਾਂ ਕੀਤੀਆਂ ਹੋਣਗੀਆਂ ਉਨੀਆਂ ਚਰਨਜੀਤ ਸਿੰਘ ਚੰਨੀ ਨੇ 35-36 ਦਿਨਾਂ ਦੇ ਵਿੱਚ ਕਰ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ, ਤਾਂ
ਕੈਪਟਨ ਅਮਰਿੰਦਰ ਸਿੰਘ ਦੀ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਆਪਣਾ ਟਵੀਟ ਵੀ ਕੀਤਾ ਜੀ। ਉਹਦੇ ਬਾਰੇ ਕੀ? ਨਵਜੋਤ ਸਿੰਘ ਸਿੱਧੂ ਨੇ 2 ਟਵੀਟ ਕੀਤੇ ਨੇ। ਦੋਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਉਹ ਕਹਿੰਦੇ ਸੀ ਨਵਜੋਤ ਸਿੱਧੂ ਦੇ ਮੇਰੇ ਲਈ ਦਰਵਾਜ਼ੇ ਬੰਦ ਨੇ, ਕਹਿੰਦੇ ਮੈਂ ਸੱਚ ਤੇ ਖੜਾ ਸੀ, ਸੱਚ ਦੀ ਗੱਲ ਕਰਦਾ ਸੀ, ਤੁਹਾਨੂੰ ਯਾਦ ਕਰਾਉਂਦਾ ਸੀ ਵੀ ਆਹ ਵਾਅਦੇ ਗੁਟਕਿਆ ਸਾਹਿਬ ਦੀ ਸਹੁੰ ਚੱਕੀ ਹੈ ਵੀ ਮੈਂ ਬੇਅਦਬੀਆਂ 'ਚ ਇਨਸਾਫ ਦੇਵਾਂਗਾ, ਨਸ਼ਿਆਂ 'ਚ ਇਨਸਾਫ ਦੇਵਾਂਗਾ। ਤੁਸੀਂ ਦੋਹਾਂ 'ਚ ਇਨਸਾਫ ਨਹੀਂ ਦਿੱਤਾ, ਤੁਸੀਂ ਸੱਚਾਈ ਦੇ ਨਾਲ ਨਹੀਂ ਖੜੇ। ਉਹ ਕਹਿੰਦੇ ਹੁਣ ਤੁਹਾਨੂੰ ਜਾਣਦੇ ਨੇ, ਤੁਸੀਂ ਪਾਰਟੀ 1999 ਜਾਂ 1992 'ਚ ਵੀ ਬਣਾਈ ਸੀਗੀ ਜਦੋਂ ਚੋਣਾਂ ਲੜੇ ਹੋ, ਉਦੋਂ ਬੇਅੰਤ ਸਿੰਘ ਸਰਕਾਰ ਬਣਾ ਗਏ ਸੀ 10% ਵੋਟਾਂ ਪਵਾ ਕੇ, ਤੇ ਤੁਸੀਂ ਇਕੱਲੇ ਜਿੱਤੇ ਨਹੀਂ, ਤੁਹਾਨੂੰ ਜਿਤਾਇਆ ਗਿਆ ਸੀ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਆਓ ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ, ਸ਼ੁਕਰੀਆ ਜੀ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਕਈ ਐਲਾਨ ਕੀਤੇ ਨੇ ਤੇ ਆਪਣੇ ਤੇ ਜਿਹੜੇ ਇਲਜ਼ਾਮ ਲੱਗਦੇ ਨੇ ਉਹਨਾਂ ਦੇ ਜਵਾਬ ਵੀ ਦਿੱਤੇ ਨੇ ਜੀ। ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਖਾਸੇ ਚਿਰ ਤੋਂ ਕਹਿ ਰਹੇ ਸੀ ਕਿ ਉਹਨਾਂ ਕੋਲੇ ਬਦਲ ਬਹੁਤ ਨੇ। ਕਾਂਗਰਸੀ ਆਗੂ ਇਹ ਇਲਜ਼ਾਮ ਲਾਉਂਦੇ ਸੀ ਕਿ ਕੈਪਟਨ ਸਾਹਿਬ ਭਾਰਤੀ ਜਨਤਾ ਪਾਰਟੀ ਨਾਲ ਰਲੇ ਹੋਏ ਨੇ ਜੀ। ਉਹਦਾ ਇੱਕ ਕਾਰਨ ਹੈ, ਪਿਛਲੇ ਕਾਫੀ ਸਮੇਂ ਤੋਂ ਜਦੋਂ ਤੋਂ ਖਾਸ ਕਰ ਇਹ 3 ਖੇਤੀ ਕਾਨੂੰਨ ਬਣੇ ਨੇ, ਕਿਸਾਨਾਂ ਨੇ ਦਿੱਲੀ ਦੇ ਬਾਰਡਰ ਮੱਲੇ ਨੇ। ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਤੇ ਹੋਰ ਬਾਰ-ਬਾਰ ਇਹ ਗੱਲ ਕਹਿੰਦੇ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏਗੀ ਜੀ। ਉਦੋਂ ਲੋਕ ਨਜ਼ਰ ਆਉਂਦੇ ਸੀ ਵੀ ਭਾਰਤੀ ਜਨਤਾ ਪਾਰਟੀ ਕਿਵੇਂ ਸਰਕਾਰ ਬਣਾ ਲਏਗੀ, ਵੀ ਭਾਰਤੀ ਜਨਤਾ ਪਾਰਟੀ ਨੂੰ ਤਾਂ ਕਿਸਾਨ ਵਿਹੜੇ ਨਹੀਂ ਖੜਨ ਦਿੰਦੇ ਜੀ। ਲਗਾਤਾਰ ਉਹਨਾਂ ਤੇ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਤੇ ਹੋਰ ਬੜਾ ਕੁਝ ਕੀਤਾ ਜਾ ਰਿਹਾ ਹੈਗਾ। ਤਾਂ ਹੁਣ ਸਮਝ ਆਈ ਲੋਕਾਂ ਨੂੰ ਕਿ ਭਾਰਤੀ ਜਨਤਾ ਪਾਰਟੀ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੋਈ ਨਾ ਕੋਈ ਖਿਚੜੀ ਖਾਸੇ ਚਿਰ ਤੋਂ ਪਕਾ ਰਹੇ ਸਨ ਜੀ। ਜਿਹੜਾ ਬੀਬੀ ਸੋਨੀਆ ਗਾਂਧੀ ਵੱਲੋਂ ਇੱਕਦਮ ਇਹ ਕਹਿ ਦੇਣਾ ਅਮਰਿੰਦਰ ਅਸਤੀਫਾ ਦੇ ਦਿਓ ਜੀ, ਇੱਥੋਂ ਤੱਕ ਦੀ ਨੌਬਤ ਜਿਹੜੀ ਹੈ ਉਹ ਇੱਕਦਮ ਨਹੀਂ ਆਈ। ਇਹਦਾ ਮਤਲਬ ਉਹਨਾਂ ਕੋਲੇ ਵੀ ਕੈਪਟਨ ਸਾਹਿਬ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਘਿਓ ਖਿਚੜੀ ਵਾਲੀ ਗੱਲ ਹੈ, ਇਹਦਾ ਹਿਸਾਬ ਕਿਤਾਬ ਤੇ ਇਹਦੀ ਜਾਣਕਾਰੀ ਹੋਵੇਗੀ ਜੀ, ਜਿਹਦੇ ਕਰਕੇ ਉਹਨਾਂ ਨੇ ਪਹਿਲਾਂ ਤੋਂ ਹੀ ਇਹਨਾਂ ਦੇ ਨਾਲ ਆਪ ਦਾ ਰਾਬਤਾ ਰੱਖਿਆ ਹੋਇਆ ਹੈਗਾ। ਉਹ ਹੁਣ ਜੱਗ ਜ਼ਾਹਰ ਹੋ ਗਿਆ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਪ੍ਰਗਟ ਸਿਉ ਨੇ ਆਖਿਆ ਸੀ ਕਿ ਕੈਪਟਨ ਸਾਹਿਬ ਇਹ ਬਹੁਤ ਲੰਬੇ ਸਮੇਂ ਤੋਂ ਭਾਜਪਾ ਦੇ ਹੱਥਾਂ 'ਚ ਖੇਡ ਰਹੇ ਹੈ ਤੇ ਕਾਂਗਰਸ ਦਾ ਵਿਗਾੜ ਪੈਦਾ ਕਰ ਰਹੇ ਹੈ। ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਅਜਿਹੀਆਂ ਕਈ ਖੇਡਾਂ ਖੇਡੀਆਂ। ਉਹਨਾਂ ਨੇ ਗੋਆ ਦੇ ਵਿੱਚ ਚੰਗੀ ਭਲੀ ਬਣਦੀ ਸਰਕਾਰ ਕਾਂਗਰਸ ਦੀ ਤੋੜ ਕੇ ਬੰਦੇ ਖਰੀਦ ਕੇ ਆਪਦੇ 'ਚ ਸ਼ਾਮਲ ਕਰ ਲਏ ਤੇ ਉੱਥੇ ਸਰਕਾਰ ਬਣਾ ਲਈ। ਮੱਧ ਪ੍ਰਦੇਸ਼ ਦੇ ਵਿੱਚ ਚੰਗਾ ਭਲਾ ਕਮਲਨਾਥ ਮੁੱਖ ਮੰਤਰੀ ਬਣਿਆ ਹੋਇਆ ਸੀ, ਉੱਥੇ ਕਾਂਗਰਸ ਦੀ ਖੇਡ ਵਿਗਾੜ ਕੇ ਜੋਤੀ ਅਦਿੱਤਿਆ ਰਾਏ ਸਿੰਧੀਆ ਨੂੰ ਨਾਲ ਲਾ ਕੇ ਉੱਥੇ ਵੀ ਕਾਂਗਰਸ ਦੀ ਸਰਕਾਰ ਤੋੜ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਰਕਾਰ ਬਣਾ ਲਈ। ਕਰਨਾਟਕਾ ਦਾ ਸਥਿਤੀ ਤੁਹਾਡੇ ਸਾਹਮਣੇ ਹੈ। ਸੋ ਲੰਬੇ ਸਮੇਂ ਤੋਂ ਉਹ ਪੰਜਾਬ ਦੇ ਵਿੱਚ ਵੀ ਨਜ਼ਰ ਰੱਖੀ ਬੈਠੇ ਸਨ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਪੰਜਾਬ ਦੀ ਸਤ੍ਹਾ ਤੇ ਕਾਬਜ ਹੋਣਾ ਹੈ, ਪੰਜਾਬ ਦੇ ਵਿੱਚ ਜਾਣਾ ਹੈ, ਪੰਜਾਬ ਨੂੰ ਸਤ੍ਹਾ ਹਥਿਆਉਣਾ ਹੈ। ਤਾਂ ਅੱਜ ਉਹ ਜਿਹੜੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਸੋ ਕੈਪਟਨ ਸਾਹਿਬ ਨੇ ਕਹਿ ਦਿੱਤਾ, ਹਾਲਾਂਕਿ ਕਿਸੇ ਵੀ ਰਾਜਸੀ ਆਗੂ ਵਾਸਤੇ ਉਹਨੇ ਕਿਹਦੇ ਨਾਲ ਜਾਣਾ ਹੈ, ਆਜ਼ਾਦ ਲੜਨਾ ਹੈ, ਪਾਰਟੀ ਬਣਾਉਣੀ ਹੈ, ਕਿਸੇ ਦਾ ਸਮਰਥਨ ਲੈਣਾ ਹੈ ਜਾਂ ਦੇਣਾ ਹੈ, ਇਹ ਉਹਦਾ ਆਪਣਾ ਫੈਸਲਾ ਹੁੰਦਾ ਹੈਗਾ। ਸੋ ਕੈਪਟਨ ਸਾਹਿਬ ਇੱਕ ਸਿਆਸੀ ਆਗੂ ਨੇ, ਉਹਨਾਂ ਕੋਲੇ ਪੂਰੇ ਰਾਹ ਖੁੱਲ੍ਹੇ ਨੇ। ਜਿਹੜੀ ਗੱਲ ਉਹਨਾਂ ਨੇ ਅਸਤੀਫਾ ਦੇਣ ਵੇਲੇ ਕਹੀ ਸੀ ਕਿ ਮੇਰੇ ਕੋਲੇ ਸਾਰੇ ਰਾਹ ਖੁੱਲ੍ਹੇ ਨੇ, ਜਦੋਂ ਮਰਜ਼ੀ ਤੁਸੀਂ ਜਿਹੜਾ ਹੈਗਾ ਮੈਂ ਕੋਈ ਪਾਰਟੀ ਬਣਾ ਸਕਦਾ, ਇਹਦੇ ਵਿੱਚ ਕਿਸੇ ਨੂੰ ਵੀ ਕੋਈ ਅਤਕਥਨੀ ਨਹੀਂ ਹੋਈ ਕਿ ਕੈਪਟਨ ਸਾਹਿਬ ਨੇ ਨਵੀਂ ਪਾਰਟੀ ਬਣਾਈ ਹੈ। ਇਹਦੀਆਂ ਗੂੰਦਾਂ ਖਾਸੇ ਚਿਰ ਤੋਂ ਗੁੰਦੀਆਂ ਜਾ ਰਹੀਆਂ ਸਨ ਔਰ ਕੈਪਟਨ ਸਾਹਿਬ
ਜਦੋਂ ਦੋਸ਼ ਲਾਇਆ, ਕਈ ਆਗੂਆਂ ਨੇ ਇੱਕ ਹੋਰ ਕਿਹਾ, ਪ੍ਰਗਟ ਸਿਉ ਨੇ, ਜੀ ਉਹ ਕਹਿੰਦੇ ਕੈਪਟਨ ਸਾਹਿਬ ਤੁਸੀਂ ਨਵਜੋਤ ਸਿੱਧੂ ਦੇ ਮੁਕਾਬਲੇ ਦਾ ਮਗਰੋਂ ਲੜ ਲਿਓ, ਜੀ ਪਹਿਲਾਂ ਜਲੰਧਰ ਕੈਂਟ ਤੋਂ ਆ ਕੇ ਮੇਰੇ ਮੁਕਾਬਲੇ ਲੜ ਲਓ, ਜੀ ਖੁੱਲਾ ਸੱਦਾ ਤੁਹਾਡੇ ਵਾਸਤੇ, ਆਓ ਆਪਾਂ ਲੜਦੇ ਹਾਂ। ਜੀ ਤੁਸੀਂ ਉੱਥੇ ਜਿਹੜਾ ਹੋਰ ਕੋਈ ਪਾਰਟੀ ਦਾ ਉਹਨਾਂ ਨੇ ਕਾਫੀ ਗੱਲ ਕੀਤੀ ਆ, ਜੀ ਉਹ ਲੜਦੇ ਆ ਨਹੀਂ ਲੜਦੇ ਇਹ ਤਾਂ ਬਾਅਦ 'ਚ ਪਤਾ ਹੈ। ਉਹ ਦੋਸ਼ ਇਹ ਲਾਉਂਦੇ ਨੇ ਕਿ ਜਦੋਂ ਅਮਿਤ ਸ਼ਾਹ ਨੂੰ ਕੈਪਟਨ ਸਾਹਿਬ ਮਿਲਣ ਵਾਸਤੇ ਗਏ, ਜੀ ਕਈਆਂ ਆਗੂਆਂ ਨੇ, ਕਾਂਗਰਸ ਵਾਲਿਆਂ ਨੇ ਦੋਸ਼ ਲਾਏ ਨੇ ਕਿ ਉਹਨਾਂ ਨੇ ਅਜੀਤ ਡੋਵਾਲ ਕੋਲੇ ਭੇਜਤਾ, ਜਿਹੜਾ ਮੁੱਖ ਮੰਤਰੀ ਦਾ ਸੁਰੱਖਿਆ ਸਲਾਹਕਾਰ ਹੈ। ਜੀ ਉਹਦਾ ਮੁੱਖ ਕਾਰਨ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਅਰੂਸਾ ਬੀਬੀ ਨਾਲ ਯਾਰੀ ਹੈ, ਭਾਵੇਂ ਸਫਾਈਆਂ ਅਰੂਸਾ ਬੀਬੀ ਵੀ ਦੇ ਰਹੀ ਹੈ, ਮੇਰੀ ਜਾਂਚ 'ਚ ਜੀ ਤੋਂ ਮਰਜ਼ੀ ਕਰਾ ਲਓ, ਐਂ ਕਿਤੇ ਥੋੜ੍ਹੀ ਪੈਸੇ ਦੂਜੇ ਮੁਲਕਾਂ 'ਚ ਚੱਲ ਜਾਂਦੇ ਆ। ਜੀ ਅਸੀਂ ਤਾਂ ਕਦੇ ਦੋਸ਼ ਨਹੀਂ ਲਾਇਆ, ਜੀ ਇਹ ਰਾਸੀ ਆਗੂ ਲਾਉਂਦੇ ਨੇ। ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜੇ ਦੋਸ਼ ਵਿਦੇਸ਼ੀ ਬੈਂਕਾਂ ਦਾ ਲਾਇਆ ਜਾਂਦਾ ਹੈ ਤਾਂ ਕੇਂਦਰ ਸਰਕਾਰ ਨੂੰ ਇਹਦੀ ਜਾਂਚ ਕਰਾ ਲੈਣੀ ਚਾਹੀਦੀ ਹੈ। ਜੀ ਇੱਥੇ ਤਾਂ ਆਮ ਤੌਰ ਤੇ ਕਿਹਾ ਗਿਆ ਨਾ, ਯਾਰੀ ਲੱਗੀ ਤਾਂ ਲਵਾ ਦਿੱਤੇ ਤਖਤੇ, ਟੁੱਟੀ ਤੋਂ ਚੁਗਾਟ ਪੱਟ ਲਈ। ਜੀ ਹੁਣ ਜਾਂਚ ਕੌਣ ਕਰੂਗਾ, ਕਿਉਂਕਿ ਕੈਪਟਨ ਸਾਹਿਬ ਤਾਂ ਖੇਮੇ 'ਚ ਚਲੇ ਗਏ ਉਹਨਾਂ ਦੇ ਨਾਲ, ਭਾਵੇਂ ਕੈਪਟਨ ਸਾਹਿਬ ਆਪਦੀ ਪਾਰਟੀ ਬਣਾਉਣ, ਉਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਜਿਹੜਾ ਭਾਵੇਂ ਸੀਟਾਂ ਦਾ ਲੈਣ ਦੇਣ ਵੀ ਕਰ ਲੈਣ, ਵੈਸੇ ਤਾਂ ਕਹਿਤਾ ਵੀ 117 ਸੀਟਾਂ ਤੇ ਲੜੇਗਾ। ਉਹ ਜਿਹੜਾ ਪਲੇਬੈਕ ਸਿੰਗਰ ਹੁੰਦਾ ਫਿਲਮਾਂ ਦੇ ਵਿੱਚ, ਜੀ ਫਿਲਮ ਚੱਲਦੀ ਹੁੰਦੀ ਹੈ, ਐਕਟਰ ਐਕਟਰਸ ਗਾਣੇ ਗਾਉਂਦੇ ਨੇ, ਉਹਦੇ ਪਿੱਛੇ ਜਿਹੜਾ ਗਾਉਂਦਾ ਉਹ ਕੋਈ ਹੋਰ ਹੁੰਦਾ ਹੈ। ਤਾਂ ਜਿਹੜੀ ਅਗਲੇ ਦਿਨਾਂ ਦੇ ਵਿੱਚ ਪੰਜਾਬ ਸਿਆਸਤ ਦੀ ਫਿਲਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਖਾਈ ਜਾਣੀ ਹੈ ਲੋਕਾਂ ਨੂੰ, ਐਕਟਰ ਭਾਵੇਂ ਇਹ ਹੋਣਗੇ ਲੇਕਿਨ ਪਲੇਬੈਕ ਸਿੰਗਰ, ਪਰਦੇ ਦੇ ਪਿੱਛੇ ਗੀਤ ਕਿਸੇ ਹੋਰ ਦਾ ਗਾਇਆ ਹੋਵੇਗਾ। ਉਹ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਦਾ ਹੋਵੇਗਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਜੀ ਜਿਹੜਾ ਹੈਗਾ ਪਿਛਲੇ ਪਾਸਿਓਂ ਉਹ ਸਪੋਰਟ ਕਰਨਗੇ। ਹੁਣ ਪੰਜਾਬ ਦੇ ਲੋਕ ਇਸ ਚੀਜ਼ ਨੂੰ ਕਿੰਨਾ ਕਪੜਾਉਂਦੇ ਨੇ। ਇੱਕ ਗੱਲ ਹੋਰ ਕਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਮੈਂ ਰੱਦ ਕਰਾ ਕੇ ਹਟਾਂਗਾ। ਜੀ ਹੁਣ ਉਹ ਕੁਛ ਤਾਕਤ ਤਾਂ ਹੈ ਨਹੀਂ। ਜੀ ਜਦੋਂ ਮੁੱਖ ਮੰਤਰੀ ਸਨ ਜੀ ਉਦੋਂ ਇਹ ਕਾਨੂੰਨ ਰੱਦ ਕਿਉਂ ਨਾ ਕਰਾਏ? ਜੀ ਉਦੋਂ ਕਿਹਨੇ ਹੱਥ ਫੜਿਆ ਸੀ ਕੈਪਟਨ ਸਾਹਿਬ ਦਾ ਕਿ ਤੁਸੀਂ ਇਹ ਕਾਨੂੰਨ ਰੱਦ ਨਾ ਕਰਾਓ? ਹੁਣ ਖੇੜੇ ਖੇਡੀ ਜਾ ਰਹੀ ਹੈ ਕਿ ਕੈਪਟਨ ਸਾਹਿਬ ਨੇ ਜਦੋਂ ਗੰਨੇ ਦਾ ਭਾਅ ਵਧਾਇਆ, ਜੀ ਉਸ ਵੇਲੇ ਕੁਝ ਖੇਤੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਉਹਨਾਂ ਨੂੰ ਮਿਲੇ ਸਨ, ਆਪਸ ਵਿੱਚ ਦੀ ਗੱਲਬਾਤ ਹੋਈ ਹੈ। ਹੋ ਸਕਦਾ ਹੈ ਕੈਪਟਨ ਸਾਹਿਬ ਨੂੰ ਵਿਚੋਲਾ ਬਣਾ ਕੇ ਇਹ ਕਾਨੂੰਨ ਰੱਦ ਕਰਾਏ ਜਾਣ। ਉਹਨਾਂ ਕਿਸਾਨਾਂ ਦੀ ਸਪੋਰਟ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਇੱਕ ਵਾਰੀ ਇਹ ਕਾਨੂੰਨਾਂ ਦਾ ਰੱਦ ਕਰਕੇ ਫਾਹਾ ਵੱਢ ਦਿਓ, ਭਾਵੇਂ ਮਹੀਨੇ ਬਾਅਦ ਹੀ ਜਦੋਂ ਵੋਟਾਂ ਪੈ ਜਾਣ 5 ਰਾਜਾਂ 'ਚ ਦੁਬਾਰਾ ਲਾਗੂ ਕਰ ਲਓ। ਸੋ ਕੋਈ ਨਾ ਕੋਈ ਗੋਂਦ ਗੁੰਦੀ ਜਾ ਰਹੀ ਹੈ। ਉਹ ਕੀ ਹੈ ਕੀ ਨਹੀਂ ਹੈ ਇਹ ਅਗਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ। ਲੇਕਿਨ ਇਹ ਪੰਜਾਬ ਨਹੀਂ, ਪੂਰੇ ਵਿਸ਼ਵ ਦੀ ਜਨਤਾ ਦੇ ਵਿੱਚ ਇਹ ਗੱਲ ਘਰ ਕਰ ਗਈ ਕਿ ਇਸ ਵੇਲੇ, ਜਿਵੇਂ ਮੈਂ ਅਕਸਰ ਗੱਲ ਸੁਣਾਇਆ ਕਰਦਾ ਨਾ, ਕਿ ਇੱਕ ਦਾਦੀ ਲੰਘੀ ਜਾ ਰਹੀ ਸੀ, ਅੱਗੇ ਸੁਖਬੀਰ ਭੰਗੂ ਦੇ ਘਰੇ ਕੋਈ ਮੰਗਣਾ ਸੀ ਮੁੰਡੇ ਦਾ। ਉਹਨੇ ਕਿਹਾ, ਇੱਕ ਸਰਦਾਰਨੀ ਨੇ, ਵੀ ਦਾਦੀ ਕਿੱਧਰ ਚੱਲੀ ਹੈ? ਉਹ ਕਹਿੰਦੀ ਵੀ ਭੰਗੂ ਕੇ ਮੰਗਣਾ ਹੈ ਅੱਜ, ਤੇ ਮੈਂ ਉੱਥੇ ਸ਼ਗਨ ਪਾਉਣ ਚੱਲੀ ਹਾਂ। ਉਹਨੇ 50 ਰੁਪਏ ਆਪਦੇ ਫੜਾਤੇ ਵੀ ਆ ਮੈਨੂੰ ਕੰਮ ਧੰਦਾ ਜ਼ਿਆਦੇ ਆ, ਆ ਮੇਰੇ ਵੀ ਪਾ ਆਈ। ਵਾਪਸੀ ਆਉਂਦੇ ਤੋਂ ਆਪਣੇ ਚੰਗੇ ਸਿਆਣੇ ਬੰਦੇ ਕਿਸੇ ਨੇ ਪੁੱਛਿਆ ਵੀ ਦਾਦੀ ਕਿੱਧਰ? ਉਹ ਕਹਿੰਦੀ ਵੀ ਭੰਗੂ ਕੇ ਮੰਗਣਾ ਸੀ। ਮੈਂ ਤੇ ਸਰਦਾਰਨੀ ਨੇ ਰਲ ਮਿਲ ਕੇ 51 ਕਰਤੇ, ਸ਼ਗਨ ਪਾਏ। 50 ਸਰਦਾਰਨੀ ਦਾ ਰੁਪਈਆ ਆਪਣਾ, ਰਲ ਮਿਲ ਕੇ 51। ਉਸ ਗੱਲ ਮੰਗੂ ਭਾਰਤੀ ਜਨਤਾ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਰਲ ਮਿਲ ਕੇ 51 ਦੀ ਖੇਡ ਰਹੇ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਰਦਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤਾਂ ਉਹਨਾਂ ਨੇ ਵੀ ਲੁਧਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਕਈ ਨਵੇਂ ਐਲਾਨ ਕੀਤੇ ਨੇ ਜੀ। ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਹੜੀ ਕੈਬਨਿਟ ਮੀਟਿੰਗ ਹੈ, ਪਤਾ ਲੱਗਿਆ ਕਿ ਉਹ ਇੱਥੇ ਲੁਧਿਆਣੇ 'ਚ ਰੱਖੀ ਸੀ ਸ਼ਾਇਦ ਜੀ। ਪਹਿਲਾਂ ਉਹਨਾਂ ਨੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਹੈ, ਬਾਅਦ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਮਿਲਣੀ। ਜਦੋਂ ਤੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਚੰਨੀ ਸਾਹਿਬ, ਮੇਰਾ ਖਿਆਲ ਹੈ ਕਿ ਸੌਂਦੇ ਤਾਂ 2-4-5 ਘੰਟੇ ਹੀ ਹੋਣਗੇ ਜੀ। ਉਹ ਕੰਮ ਬਹੁਤ ਤੇਜ਼ੀ ਨਾਲ ਕਰ ਰਹੇ ਨੇ ਜੀ। ਉਹਨਾਂ ਦੀ ਕਾਰਗੁਜ਼ਾਰੀ ਤੇ ਕਈਆਂ ਨੇ ਸਵਾਲ ਵੀ ਚੱਕੇ ਨੇ। ਕੈਪਟਨ ਸਾਹਿਬ ਵੀ ਸਵਾਲ ਚੱਕਦੇ ਨੇ, ਜਿਨ੍ਹਾਂ ਨੇ ਕਦੇ ਮੇਰਾ ਖਿਆਲ 4.5 ਸਾਲ ਦੇ ਵਿੱਚ ਜਿੰਨੀਆਂ ਮੀਟਿੰਗਾਂ ਕੀਤੀਆਂ ਹੋਣਗੀਆਂ ਉਨੀਆਂ ਚਰਨਜੀਤ ਸਿੰਘ ਚੰਨੀ ਨੇ 35-36 ਦਿਨਾਂ ਦੇ ਵਿੱਚ ਕਰਤੀਆਂ ਜੀ। ਰਿਜ਼ਲਟ ਦੇਣ ਦਾ ਵੀ ਯਤਨ ਕਰ ਰਹੇ ਨੇ ਜੀ। ਜੇ ਰਿਜ਼ਲਟ ਦਿੱਤਾ
ਤਾਂ ਲੋਕਾਂ ਨੇ ਅਪਣਾਉਣਾ ਹੈ। ਜੇ ਗੱਲੀ ਬਾਤੀ ਫੂਸੀ ਮੰਡੇ ਪਕਾਏ ਜੀ ਤਾਂ 22 ਦੇ ਵਿੱਚ ਲੋਕ ਉਹਦਾ ਜਵਾਬ ਦੇਣ ਵਾਸਤੇ ਤਿਆਰ ਬੈਠੇ ਨੇ। ਉਹਨਾਂ ਨੇ ਕੁਝ ਸਨਅਤਕਾਰਾਂ ਦੇ ਲਈ ਐਲਾਨ ਕੀਤੇ ਨੇ। ਇੱਕ ਤਾਂ ਜਿਹੜਾ ਦਰਮਿਆਨਾ ਤੇ ਛੋਟਾ ਸਨਅਤਕਾਰ ਹੈ ਜੀ ਉਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਜਿਹੜੇ ਫਿਕਸ ਚਾਰਜ ਨੇ ਬਿਜਲੀ ਦੇ ਉਹ ਅਸੀਂ 50% ਕਰ ਦਿਆਂਗੇ। ਜੀ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਕਿ 5 ਰੁਪਏ ਯੂਨਿਟ ਦੇਵਾਂਗੇ ਇੰਡਸਟਰੀ ਨੂੰ। ਦਿੱਤੀ ਹੈ ਨਹੀਂ ਦਿੱਤੀ ਇਹ ਅੱਜ ਸ਼ਾਇਦ ਕੈਪਟਨ ਸਾਹਿਬ ਨੇ ਦੱਸਿਆ ਨਹੀਂ। ਜੀ ਸੋ ਉਹਨਾਂ ਨੇ ਇੱਕ ਤਾਂ ਉਹ ਕੰਮ ਕੀਤਾ। ਇੱਕ ਉਹਨਾਂ ਨੇ ਕਿਹਾ ਵੀ ਜਿਹੜਾ ਇੰਸਪੈਕਟਰੀ ਰਾਜ ਆ ਇਹਨੂੰ ਅਸੀਂ ਖਤਮ ਕਰ ਦਿਆਂਗੇ। ਜੀ ਪੁਲਿਸ ਦਖਲਅੰਦਾਜ਼ੀ ਨਹੀਂ ਰਹੇਗੀ, ਜੀ ਉਹ ਖਤਮ ਕਰ ਦਿਆਂਗੇ। ਆਹ 2 ਦਿਨ ਦੀ ਜਿਹੜੀ ਨਾ 26 ਤੇ 27 ਦੀ ਮੇਰੇ ਖਿਆਲ ਅੱਜ ਸਨਅਤਕਾਰਾਂ ਨਾਲ ਉਹਨਾਂ ਦੀ ਉੱਥੇ ਮੀਟਿੰਗ ਸੀ, ਉਸ ਦਾ ਹਿੱਸਾ ਹੈ ਜੀ ਜਿਹੜੀ 2 ਦਿਨਾਂ ਦੀ ਪ੍ਰੋਗਰੈਸਿਵ ਮੀਟ ਕਰਾਈ ਜਾ ਰਹੀ ਹੈ ਪੰਜਾਬ 'ਚ। ਕੱਲ੍ਹ ਚੰਡੀਗੜ੍ਹ ਸੀ, ਅੱਜ ਸ਼ਾਇਦ ਉਹ ਲੁਧਿਆਣੇ ਰੱਖੀ ਗਈ ਸੀ। ਜੀ ਉਹਦੇ ਵਿੱਚ ਉਹਨਾਂ ਨੇ ਇਹਨਾਂ ਸਨਅਤਕਾਰਾਂ ਨੂੰ ਕਿਹਾ ਕਿ ਤੁਹਾਨੂੰ ਆਹ ਦੇਵਾਂਗੇ, ਤੰਗ ਨਹੀਂ ਕੀਤਾ ਜਾਊਗਾ। ਜਿਹੜੇ ਬੰਦੇ ਇੱਥੇ ਇਨਵੈਸਟ ਕਰਨਗੇ ਜੀ ਉਹਨਾਂ ਦੇ ਤੰਗ ਪਰੇਸ਼ਾਨ ਕੋਈ ਬੰਦਾ ਨਹੀਂ ਕਰੇਗਾ, ਇਸ ਗੱਲ ਦੀ ਤਸੱਲੀ ਦਿੱਤੀ ਹੈ, ਯਕੀਨ ਦਿਵਾਇਆ। ਜੀ ਸੋ ਇਸ ਕਰਕੇ ਜੇ ਆਪਾਂ ਗੱਲ ਦੇਖੀਏ ਜੀ ਜਿਹੜਾ ਕੁਝ ਉਹਨਾਂ ਨੇ ਕੀਤਾ ਜੀ ਉਹ ਕਾਫੀ ਚੰਗਾ ਹੈ। ਜੇ ਇਹਦੇ ਤੇ ਪਰ ਸਾਰਾ ਕੁਝ ਇਕੱਲਾ ਗੱਲੀ ਬਾਤੀ ਨਹੀਂ ਹੁੰਦਾ, ਅਮਲਾਂ ਦੇ ਨਾਲ ਨਿਬੇੜੇ ਹੁੰਦੇ ਨੇ। ਜੀ ਜੇ ਅਮਲ ਕਰਕੇ ਅੱਧ ਸੂਚਨਾ ਜਾਰੀ ਕਰਕੇ ਇਹਨੂੰ ਉਹ ਲਾਗੂ ਕਰਾ ਦਿੰਦੇ ਨੇ ਤਾਂ ਸੁਭਾਵਿਕ ਹੈ ਕਿ ਪੰਜਾਬ ਸਰਕਾਰ, ਪੰਜਾਬ ਦੀ ਕਾਂਗਰਸ ਉਹਦਾ ਫਾਇਦਾ ਉਠਾ ਸਕਦੀ ਹੈ। ਪਰ ਜਿੱਡੀ ਤੇਜ਼ੀ ਦੇ ਨਾਲ ਚੰਨੀ ਸਾਹਿਬ ਲੱਗੇ ਹੋਏ ਨੇ ਉਹਨਾਂ ਦਾ ਜਿਹੜਾ ਇਹ ਸਮਾਂ ਹੈ ਇਹ ਬਹੁਤ ਲੰਬੇ ਸਮੇਂ ਤੱਕ ਲੋਕਾਂ ਨੂੰ ਯਾਦ ਰਹੇਗਾ ਕਿ ਕੋਈ ਮੁੱਖ ਮੰਤਰੀ ਆਇਆ ਸੀ ਜਿਹੜਾ ਆਮ ਵਾਂਗ ਕੰਮ ਕਰਦਾ ਸੀ। ਜੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ, ਤਾਂ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਸੱਦਣ ਦੀ ਵੀ ਗੱਲ ਕੀਤੀ ਹੈ ਜੀ। ਇਹ ਜਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਪਰਸੋਂ ਜੀ ਸਰਬ ਪਾਰਟੀ ਮੀਟਿੰਗ ਹੋਈ ਸੀ। ਜੀ ਸਰਬ ਪਾਰਟੀ ਮੀਟਿੰਗ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਸਿਆਸੀ ਧਿਰਾਂ ਦੇ ਸ਼ਾਮਲ ਹੋਏ ਸਨ ਆਗੂ। ਜੀ ਭਾਰਤੀ ਜਨਤਾ ਪਾਰਟੀ ਦਾ ਨਹੀਂ ਆਉਣਾ ਸੀ। ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ, ਜੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ, ਜੀ ਮਾਨ ਦਲ ਦੇ ਵੀ, ਖੱਬੀਆਂ ਧਿਰਾਂ ਦੇ ਵੀ, ਉਹ ਸਾਰੇ ਗਏ ਸੀ। ਤੇ ਅਕਾਲੀ ਦਲ ਵੱਲੋਂ ਪ੍ਰਧਾਨ ਸਾਹਿਬ ਨਹੀਂ ਗਏ, ਜੀ ਉਹ ਆਪਣੀਆਂ ਸਿਆਸੀ ਰੈਲੀਆਂ ਕਰਦੇ ਫਿਰਦੇ ਆ, ਜੀ ਕਹਿੰਦੇ BSF ਦੇ ਹੱਕ 'ਚ ਹੈ। ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੈਜਰਾ ਭੇਜੇ ਸੀ ਆਪਣੀ ਹਾਜ਼ਰੀ, ਫਿਲ ਇਨ ਦਾ ਬਲੈਂਕਸ, ਖਾਲੀ ਥਾਵਾਂ ਭਰੋ ਆਪਦੀ ਜਗ੍ਹਾ ਦੇ ਉੱਤੇ, ਉਹ 2 ਬੰਦੇ ਭੇਜੇ ਸੀ। ਉਹਦੇ ਵਿੱਚ ਇੱਕ ਗੱਲ ਚੱਲੀ ਸੀ ਕਿ ਇੱਕ ਤਾਂ ਇਹ ਜਿਹੜੇ ਕਾਨੂੰਨ ਨੇ ਇਹਦੇ ਖਿਲਾਫ ਮਤਾ ਪਾਇਆ BSF ਦੀ ਦਾਖਲੇ ਵਾਲੀ 'ਚ। ਜੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉੱਥੇ ਹਾਜ਼ਰ ਸਨ। ਜੀ ਤੇ ਦੂਜੇ ਪਾਸੇ ਇਹ ਸਾਰਿਆਂ ਨੇ ਮੰਗ ਰੱਖੀ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਓ। ਜੀ ਹੁਣ 8 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਹੈ। ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਭੰਗੂ ਸਾਹਿਬ ਜੀ BSF ਦਾ ਦਾਖਲਾ ਜੀ ਤੇ ਤਿੰਨੇ ਕੱਲੇ ਖੇਤੀ ਕਾਨੂੰਨ, ਇਹ ਮਤਾ ਰੱਦ ਕਰਾਉਣ ਵਾਸਤੇ 8 ਨਵੰਬਰ ਨੂੰ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਬੁਲਾ ਲਿਆ ਗਿਆ। ਜੀ ਵਿਰੋਧੀ ਪਾਰਟੀਆਂ ਸਾਰੀਆਂ ਦੀ ਜੀ ਮੰਗ ਵੀ ਪੂਰੀ ਹੋ ਗਈ। ਜੀ ਹੁਣ ਉੱਥੇ ਖੁੱਲ੍ਹ ਕੇ ਚਰਚਾ ਕਰਨ, ਜਿਵੇਂ ਕੱਲ੍ਹ ਕੀਤੀ ਹੈ, ਪਰਸੋਂ ਕੀਤੀ ਹੈ, ਜੀ ਇਸੇ ਤਰ੍ਹਾਂ ਉਹਦੇ 'ਚ ਜਿਹੜਾ ਇਹ ਕਾਨੂੰਨ ਰੱਦ ਕਰਨ ਦਾ ਮਤਾ ਪਾਇਆ ਜਾਵੇਗਾ। ਇਹ ਵਾਹਵਾ ਚਿਰ ਤੋਂ ਪਾਰਟੀਆਂ ਮੰਗ ਕਰਦੀਆਂ ਸੀ। ਪਿਛਲੀ ਸਰਕਾਰ ਇਸ ਗੱਲ ਤੋਂ ਭੱਜੀ, ਜੀ ਉਹਨਾਂ ਨੇ ਜਿਹੜਾ ਕੀਤਾ ਪਤਾ ਨਹੀਂ ਗਵਰਨਰ ਨੇ ਭੇਜਿਆ ਕਿ ਨਹੀਂ ਭੇਜਿਆ, ਲੇਕਿਨ ਰੱਦ ਕਰਨ ਵਾਲਾ ਮਤਾ ਜਿਹੜੀਆਂ ਗੈਰ ਭਾਜਪਾਈ ਸਰਕਾਰਾਂ ਨੇ ਉਹ ਸਾਰੀਆਂ ਹੀ ਪਾਉਂਦੀਆਂ ਨਜ਼ਰ ਆ ਰਹੀਆਂ ਨੇ। ਨਾਲ ਹੀ ਉਹਦੇ ਜਿਹੜਾ BSF ਤੇ ਦਾਖਲੇ ਵਾਲਾ ਮਾਮਲਾ ਹੈਗਾ ਜੀ ਉਹਦੇ ਖਿਲਾਫ ਵੀ ਮਤਾ ਜਿਹੜਾ ਹੈਗਾ ਉਹ ਰੱਦ ਕਰਨ ਦਾ ਮਤਾ ਪਾਇਆ ਜਾਵੇਗਾ। 8 ਨਵੰਬਰ ਨੂੰ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਜਿਹੜੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ, ਜਿੰਨੀਆਂ ਵੀ ਕਾਂਗਰਸ ਤੋਂ ਇਲਾਵਾ, ਉਹ ਸਾਰੀਆਂ ਫੇਰ ਵਿਧਾਨ ਸਭਾ ਦੇ ਵਿੱਚ ਇੱਕ ਮੰਚ ਤੇ ਇਕੱਠੀਆਂ ਹੋਈਆਂ ਨਜ਼ਰ ਆਉਣਗੀਆਂ। ਜੀ ਇਸ ਤੋਂ ਇਲਾਵਾ ਜੇਕਰ ਗੱਲ BJP ਦੀ ਕੀਤੀ ਹੈ ਤਾਂ BJP ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਸੀ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਸਾਰੀਆਂ ਸੀਟਾਂ ਜਿਹੜੇ ਪੰਜਾਬ ਦੇ ਵਿੱਚ ਚੋਣਾਂ ਲੜਨਗੇ ਤੇ ਉੱਥੇ ਹੀ ਮੁੱਖ ਮੰਤਰੀ, ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਉਹ ਆ ਕੇ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਨਾਲ ਜਿਹੜੇ ਉਹ ਮੁਲਾਕਾਤ ਵੀ ਕਰ ਸਕਦੇ ਨੇ ਕੱਲ੍ਹ ਨੂੰ। ਦੇਖੋ, ਭਾਰਤੀ ਜਨਤਾ ਪਾਰਟੀ ਵੀ ਇੱਕ ਪਾਰਟੀ ਆ, ਹੁਣ ਤੱਕ 1996 ਤੋਂ ਬਾਅਦ ਜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਖੇਡਦੇ ਸੀ। ਜੀ
1996 ਦੇ ਵਿੱਚ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀ ਜੀ ਤਾਂ ਅਕਾਲੀ ਦਲ ਬਸਪਾ ਨੇ ਉਸ ਵੇਲੇ ਲੋਕ ਸਭਾ ਦੀਆਂ 13 ਚੋਂ 11 ਸੀਟਾਂ ਜਿੱਤੀਆਂ ਸੀ, ਜੀ ਜਿਹਦੇ ਵਿੱਚ 9 ਅਕਾਲੀਆਂ ਨੇ, ਜੀ ਨਾ 8 ਅਕਾਲੀਆਂ ਨੇ, ਜੀ 3 ਬਹੁਜਨ ਸਮਾਜ ਪਾਰਟੀ ਨੇ ਜੀ ਤੇ 2 ਜਿੱਤੀਆਂ ਸੀ ਕਾਂਗਰਸ ਨੇ। ਇੱਕ ਤਾਂ ਬੀਬੀ ਪ੍ਰਨੀਤ ਕੌਰ ਜਿੱਤੇ ਸੀ, ਜੀ ਇੱਕ ਹੋਰ ਜਿੱਤਿਆ ਸੀ ਉਹਨਾਂ ਦਾ, ਜੀ ਮੇਰੇ ਖਿਆਲ ਅੰਮ੍ਰਿਤਸਰ ਤੋਂ ਸੀ ਸ਼ਾਇਦ, ਮੇਰਾ ਖਿਆਲ ਅੰਮ੍ਰਿਤਸਰ ਤੋਂ, ਜੀ ਸ਼ਾਇਦ ਰਘੁਨੰਦਨ ਲਾਲ ਭਾਟੀਆ ਸੀਗੇ ਉਦੋਂ। ਜੀ ਇਹ 2 ਆਗੂ ਜਿੱਤੇ ਸੀ ਉਸ ਵੇਲੇ, ਬਾਕੀ ਸਾਰੀਆਂ ਜਿਹੜੀਆਂ ਸੀ ਅਕਾਲੀ ਭਾਜਪਾ ਨੇ ਹੁੰਜਾ ਫੇਰਤਾ ਸੀ। ਜੀ ਉਸ ਵੇਲੇ ਨਾਲ ਖੜੇ ਸੀ। ਜੀ 96 ਚ ਉਹਨਾਂ ਦਾ ਖੜਾ ਛੱਡਤਾ, ਜੀ 97 ਦੀਆਂ ਚੋਣਾਂ ਵੇਲੇ 96 ਚ ਇਕੱਠਾ ਜਿੱਤਿਆ। ਜੀ 97 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਰਿਹਾ ਹੈਗਾ। ਜੀ ਇਸ ਵਾਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਹੁਣ ਅੱਡ-ਅੱਡ ਹੋ ਕੇ ਚੋਣਾਂ ਲੜਨ ਬਾਰੇ ਕਹਿ ਰਿਹਾ ਹੈ। ਜੀ ਅਜੇ ਚੋਣਾਂ 'ਚ ਸਮਾਂ ਬਹੁਤ ਪਿਆ, ਪਤਾ ਨਹੀਂ ਉਦੋਂ ਤੱਕ ਕੀ ਹੋਣਾ ਹੈ, ਜੀ ਕੀ ਨਜ਼ਰ ਆਉਣਾ ਹੈ, ਕਿਸਾਨ ਕਿੱਧਰ ਨੂੰ ਜਾਂਦੇ ਆ, ਇਹਦਾ ਅੰਦੋਲਨ ਕਿਵੇਂ ਖਤਮ ਹੁੰਦਾ ਹੈ, ਇਹ ਕੁਝ ਨਹੀਂ ਕਹਿ ਸਕਦੇ। ਲੇਕਿਨ ਉਹਨਾਂ ਦੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਗਜੇਂਦਰ ਸਿੰਘ ਸ਼ੇਖਾਵਤ, ਜੀ ਇਹ ਰਾਜਸਥਾਨ ਦੇ ਇੱਕ ਮੰਤਰੀ ਹੁੰਦੇ ਸੀਗੇ, ਬੜੇ ਸੀਨੀਅਰ ਰਹੇ ਨੇ ਉਹ, ਜੀ ਭੈਰੋਂ ਦੱਤ ਸ਼ੇਖਾਵਤ ਉਹਨਾਂ ਦੇ ਸਪੁੱਤਰ ਨੇ ਤੇ ਮੈਂਬਰ ਪਾਰਲੀਮੈਂਟ ਨੇ। ਜੀ ਇੱਕ ਇਹਦੇ ਵਿੱਚ ਦੂਜਾ ਹੈਗੇ ਨੇ ਸਾਡੇ ਜਿਹੜੇ ਆ ਹਵਾਬਾਜੀ ਮੰਤਰੀ ਆ ਹਰਦੀਪ ਪੁਰੀ, ਜੀ ਤੀਜੀ ਮੀਨਾਕਸ਼ੀ ਲੇਖੀ। ਇਹ 3 ਆਗੂ ਅੱਜ ਚੰਡੀਗੜ੍ਹ ਦੇ ਵਿੱਚ ਆਏ ਸੀ। ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਕਿਵੇਂ ਕਿਵੇਂ ਚੋਣਾਂ ਲੜਨੀਆਂ ਵਿਉਂਤਬੰਦੀ ਬਣਾਉਣ ਵਾਸਤੇ ਅੱਜ ਇੱਕ ਬੈਠਕ ਕੀਤੀ ਸੀ। ਜੀ ਭਾਰਤੀ ਜਨਤਾ ਪਾਰਟੀ ਇਹ ਆਖ ਰਹੀ ਹੈ ਕਿ ਅਸੀਂ ਇਕੱਲਿਆਂ ਨੇ ਚੋਣਾਂ ਲੜਨੀਆਂ ਨੇ। ਪਤਾ ਨਹੀਂ ਇਕੱਲਿਆਂ ਲੜਨੀਆਂ ਨੇ, ਕੈਪਟਨ ਸਾਹਿਬ ਨਾਲ ਮਿਲ ਕੇ ਲੜਨੀਆਂ ਨੇ, ਜਾਂ ਇਹਨਾਂ ਚੋਂ ਕੁਝ ਪਾਰਟੀਆਂ ਇਸ ਤਰ੍ਹਾਂ ਦਾ ਦੇਖ ਰਹੀਆਂ ਨੇ ਕਿ ਦੂਜਿਆਂ ਨੂੰ ਖੜੇ ਇੰਨਾ ਕੁ ਕਰ ਦਿਓ, ਜਿਹੜੀਆਂ ਉਹਨਾਂ ਦੀਆਂ ਵੋਟਾਂ ਨੇ ਉਹ ਵੰਡੀਆਂ ਜਾਣ, ਕਾਂਗਰਸ ਦੀਆਂ ਵੰਡੀਆਂ ਜਾਣ ਤਾਂ ਵੀ ਬੀਜੇਪੀ ਨੂੰ ਫਾਇਦਾ ਹੈਗਾ, ਅਕਾਲੀ ਦਲ ਦੀਆਂ ਵੰਡੀਆਂ ਜਾਣ, ਭਾਜਪਾ ਦੀਆਂ, ਆਮ ਆਦਮੀ ਪਾਰਟੀ ਦੀਆਂ ਵੰਡੀਆਂ ਜਾਣ, ਜਾਂ ਕਿਸੇ ਹੋਰ ਦੀਆਂ ਵੰਡੀਆਂ ਜਾਣ। ਉਹ ਇਹ ਸਮਝਦੇ ਨੇ ਕਿ ਇਹਨਾਂ ਦੇ ਸਿਰ ਦੇ ਉੱਤੇ ਅਸੀਂ ਚੋਣਾਂ ਜਿੱਤ ਸਕਦੇ ਹਾਂ। ਪਤਾ ਨਹੀਂ ਹੋਣਾ ਕੀ ਹੈ। ਜਿਸ ਤਰ੍ਹਾਂ ਦੀ ਧੁੰਦਲੀ ਤਸਵੀਰ ਪੰਜਾਬ ਦੀ ਰਾਜਨੀਤੀ ਦੀ ਸਾਹਮਣੇ ਆ ਰਹੀ ਹੈ, ਕੋਈ ਅੱਜ ਦਾਅਵੇ ਨਾਲ ਇਹ ਨਹੀਂ ਕਹਿ ਸਕੇਗਾ ਕਿ ਸਾਡੀ ਪਾਰਟੀ ਜੇਤੂ ਰੱਥ ਤੇ ਸਵਾਰ ਹੈ। ਜੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਆਪਣਾ ਟਵੀਟ ਵੀ ਕੀਤਾ ਜੀ, ਉਹਦੇ ਬਾਰੇ ਕੀ ਕਹਿਣਾ? ਨਵਜੋਤ ਸਿੰਘ ਸਿੱਧੂ ਨੇ 2 ਟਵੀਟ ਕੀਤੇ ਨੇ ਜੀ। ਦੋਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਉਹ ਕਹਿੰਦੇ ਸੀ ਨਵਜੋਤ ਸਿੱਧੂ ਦੇ ਮੇਰੇ ਲਈ ਦਰਵਾਜ਼ੇ ਬੰਦ ਨੇ, ਜੀ ਕਹਿੰਦੇ ਮੈਂ ਸੱਚ ਤੇ ਖੜਾ ਸੀ, ਸੱਚ ਦੀ ਗੱਲ ਕਰਦਾ ਸੀ, ਜੀ ਤੁਹਾਨੂੰ ਯਾਦ ਕਰਾਉਂਦਾ ਸੀ ਵੀ ਆਹ ਵਾਅਦੇ ਗੁਟਕਿਆ ਸਾਹਿਬ ਦੀ ਸਹੁੰ ਚੱਕੀ ਹੈ ਜੀ ਵੀ ਮੈਂ ਬੇਅਦਬੀਆਂ 'ਚ ਇਨਸਾਫ ਦੇਵਾਂਗਾ, ਨਸ਼ਿਆਂ 'ਚ ਇਨਸਾਫ ਦੇਵਾਂਗਾ। ਤੁਸੀਂ ਦੋਹਾਂ 'ਚ ਇਨਸਾਫ ਨਹੀਂ ਦਿੱਤਾ, ਤੁਸੀਂ ਸੱਚਾਈ ਦੇ ਨਾਲ ਨਹੀਂ ਖੜੇ। ਦਰਵਾਜ਼ੇ ਤਾਂ ਬੰਦ ਕੀਤੇ ਸੀ ਕਿਉਂਕਿ ਮੈਂ ਸੱਚੀਆਂ ਗੱਲਾਂ ਕਰਦਾ ਸੀ, ਖਰੀਆਂ ਗੱਲਾਂ ਕਰਦਾ ਸੀ। ਤੁਸੀਂ ਦੂਜੇ ਪਾਸੇ ਜਿਹੜਾ ਹੈਗਾ ਜਾਣ ਬੁੱਝ ਕੇ ਮੈਨੂੰ ਨਹੀਂ ਬੁਲਾਇਆ। ਉਹ ਕਹਿੰਦੇ ਹੁਣ ਤੁਹਾਨੂੰ ਜਾਣਦੇ ਨੇ, ਤੁਸੀਂ ਪਾਰਟੀ 1999 ਜਾਂ 1992 'ਚ ਵੀ ਬਣਾਈ ਸੀਗੀ ਜਦੋਂ ਚੋਣਾਂ ਲੜੇ ਹੋ, ਉਦੋਂ ਬੇਅੰਤ ਸਿੰਘ ਸਰਕਾਰ ਬਣਾ ਗਏ ਸੀ 10% ਵੋਟਾਂ ਪਵਾ ਕੇ, ਤੇ ਤੁਸੀਂ ਇਕੱਲੇ ਜਿੱਤੇ ਨਹੀਂ, ਤੁਹਾਨੂੰ ਜਿਤਾਇਆ ਗਿਆ ਸੀ। ਤੇ ਬਾਕੀ ਕੀ ਹਸ਼ਰ ਹੋਇਆ ਸੀ ਤੁਹਾਡਾ ਆਪਦੀ ਪਾਰਟੀ ਦਾ, ਅਕਾਲੀ ਦਲ ਪੰਥਕ ਦਾ, ਤਾਂ ਉਹ ਤੁਹਾਡੇ ਸਾਹਮਣੇ ਹੈ। ਉਹ ਕਹਿੰਦੇ ਵੀ ਜਿਹੜੀ ਪਾਰਟੀ ਨੇ ਤੁਹਾਨੂੰ ਪ੍ਰਧਾਨ ਰੱਖਿਆ ਹੋਵੇ, ਜਿਹੜੀ ਪਾਰਟੀ ਨੇ 9.5 ਸਾਲ ਤੁਹਾਨੂੰ ਮੁੱਖ ਮੰਤਰੀ ਦੇ ਉਹਦੇ ਤੇ ਰੱਖਿਆ ਹੋਵੇ, ਅੱਜ ਤੁਸੀਂ ਉਹਦੇ ਲਈ ਆਪਦੇ ਅਸੂਲ ਹੈ। ਮੈਨੂੰ ਸ਼ੋਲੇ ਫਿਲਮ ਦੀ ਗੱਲ ਯਾਦ ਆ ਗਈ, ਜਦੋਂ ਅਖੀਰ ਫਿਲਮ ਦੀ ਹੁੰਦੀ ਹੈ ਤਾਂ ਸੰਜੀਵ ਕੁਮਾਰ ਗੱਬਰ ਸਿੰਘ ਨੂੰ ਮਾਰਨ ਲੱਗਦਾ, ਤਾਂ ਜਿਹੜਾ ਪੁਲਿਸ ਇੰਸਪੈਕਟਰ ਆਉਂਦਾ ਹੈ ਉਹ ਪਤਾ ਕੀ ਕਹਿੰਦਾ ਹੈ? ਕਹਿੰਦਾ ਠਾਕਰ ਸਾਹਿਬ आज आपको आपके फर्ज से ऊपर ये बात हो गई, कानून आप हाथों में ले रहे हो। सो यही गल नवजोत सिद्धू ने कही है कि कैप्टन साहब अज पार्टी तो तुसी उपर बन गए, ਜਿਹੜੀ ਪਾਰਟੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ, ਬੜਾ ਤਰ੍ਹਾਂ ਦੀਆਂ ਚਰਚਾ ਕੀਤੀਆਂ ਨੇ, ਫਾਈਨੈਂਸ਼ੀਅਲ ਵੀ ਕੀਤੀਆਂ ਨੇ, ਤੁਹਾਡੀ ਪਹਿਲਾਂ ਸਥਿਤੀ ਕੀ ਸੀ, ਅੱਜ ਕੀ ਹੈ, ਉਹ ਆਪਾਂ ਇੱਥੇ ਨਹੀਂ ਕਹਿ ਸਕਦੇ। ਇਹਨਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਨੇ, ਬਹੁਤ ਕਿਸਮ ਦੇ ਇਲਜ਼ਾਮ ਲਾਏ ਕਿ ਉਹ ਪਾਰਟੀ ਵੱਲ ਤੁਸੀਂ ਮੁੱਖ ਮੋੜ ਲਿਆ, ਤੇ ਜਿਹੜੀ ਪਾਰਟੀ ਨੇ 700 ਦੇ ਕਰੀਬ ਕਿਸਾਨਾਂ ਦੀ ਸ਼ਹਾਦਤ ਦਵਾਤੀ, ਅੱਜ ਉਹ ਪਾਰਟੀ ਤੁਹਾਡੇ ਨਾਲ ਹੈ। ਅੱਜ ਤੁਸੀਂ BSF ਦੀ ਗੱਲ ਕਰਦੇ ਹੋ ਕਿ BSF ਜੇ ਅੱਗੇ ਤੱਕ ਆਉਂਦੀ ਹੈ, ਇਹਦੇ ਵਿੱਚ ਕੋਈ ਹਰਜ ਕੀ ਹੈਗਾ?
ਜਦੋਂ ਲਾਂਘਾ ਖਿਲਾਇਆ ਸੀ ਕੈਪਟਨ ਸਾਹਿਬ ਨੇ ਅੱਤਵਾਦ ਤੇ ਪਾਕਿਸਤਾਨ ਦਾ ਰਾਗ ਉਦੋਂ ਵੀ ਅਲਾਪਿਆ ਸੀ। ਤਾਂ ਅੱਜ ਲੋਕਾਂ ਨੂੰ ਸਮਝ ਆਉਣ ਲੱਗ ਗਿਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਉਦੋਂ ਕੈਪਟਨ ਸਾਹਿਬ ਦੇ ਰਾਹੀਂ ਇਹ ਵਿਰੋਧਤਾ ਕਰਾ ਰਹੇ ਸਨ ਪਾਕਿਸਤਾਨ ਵਾਲੀ। ਸੋ ਅੱਜ ਵੀ ਉਹ BSF ਦੇ ਮੁੱਦੇ ਤੇ ਬਾਕੀ ਰਾਜਸੀ ਧਿਰਾਂ ਦੇ ਨਾਲੋਂ ਵੱਖਰੀ ਬੋਲੀ ਬੋਲ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲ ਰਹੇ ਹੋ। ਸੋ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਹੈ, ਤੁਸੀਂ ਆ ਜਾਓ ਮੈਦਾਨ 'ਚ, ਕੋਈ ਨਹੀਂ ਵੇਖ ਲੈਂਦੇ ਆ ਕਿ ਪਾਣੀ ਕਿੱਧਰ ਦੀ ਲੰਘਣਾ ਹੈਗਾ। ਸੋ ਜਦੋਂ ਬੰਦੇ ਮੈਦਾਨ 'ਚ ਆ ਜਾਂਦੇ ਆ ਨਾ ਤਾਂ ਫਿਰ ਉਹ ਵੱਖਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜੀ। ਇਸ ਤੋਂ ਇਲਾਵਾ ਢਿੱਲੋਂ ਸਾਹਿਬ ਜੇਕਰ ਗੱਲ ਕੀਤੀ ਜਾਵੇ ਕੈਬਨਿਟ ਮੰਤਰੀ ਰਾਜਾ ਵੜਿੰਗ ਦੀ, ਤਾਂ ਉਹ ਲਗਾਤਾਰ ਸਰਗਰਮ ਦਿਖਾਈ ਦੇ ਰਹੇ ਨੇ। 806 ਬੱਸਾਂ ਦੇ ਕਰੀਬ ਜਿਹੜੀਆਂ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਸੀਗੀਆਂ ਉਹ ਬੱਸਾਂ ਉਹਨਾਂ ਨੇ ਫੜੀਆਂ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਿਆਸੀ ਲੀਡਰਾਂ ਦੀਆਂ ਵੀ ਕੁਝ ਬੱਸਾਂ ਨੇ। ਇਹ ਰਾਜਾ ਵੜਿੰਗ ਨਹੀਂ ਜੀ, ਇਹ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਤੇ ਕਾਰਵਾਈ ਹੋਈ ਹੈ ਜੀ। ਮਾਨਯੋਗ ਹਾਈ ਕੋਰਟ ਨੇ ਦਿੱਤਾ ਸੀ, ਜਿਹਦਾ ਪੰਜਾਬ ਪੁਲਿਸ ਜਿਹੜੇ ਇਹਦੇ ਟਰਾਂਸਪੋਰਟ ਕਮਿਸ਼ਨਰ ਨੇ, ਪੁਲਿਸ ਨਹੀਂ ਟਰਾਂਸਪੋਰਟ ਕਮਿਸ਼ਨਰ ਨੇ, ਉਹਨਾਂ ਨੇ ਦੱਸਿਆ ਕਿ ਇਹ ਕਾਰਵਾਈ ਜਿਹੜੇ ਪਰਮਿਟ ਰੱਦ ਹੋਏ ਨੇ ਇਹ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਆਦੇਸ਼ਾਂ ਦੇ ਹੋਏ ਨੇ। ਕਿਸੇ ਨੇ ਪਟੀਸ਼ਨ ਪਾਤੀ ਸੀ ਕਿ ਇਹ ਰੂਟ ਜਿਹੜੇ ਪਰਮਿਟ ਗਲਤ ਦਿੱਤੇ ਗਏ ਨੇ। ਉਹਦੇ ਵਿੱਚ 340 ਦੇ ਕਰੀਬ ਵੱਡੇ ਘਰਾਣਿਆਂ ਦੀਆਂ ਨਿੱਜੀ ਕੰਪਨੀਆਂ ਨੇ, ਜਿਹਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਉਹਨਾਂ ਦੀਆਂ ਵੀ ਨੇ। ਇਹਦੇ ਵਿੱਚ ਰਾਜੇ ਵੜਿੰਗ ਨੇ ਬਹੁਤ ਸਾਰੀਆਂ ਕਾਂਗਰਸੀ ਵੀ ਹੁਣ ਤਾਂ ਫੜ ਲਏ, ਹੁਣ ਤਾਂ ਵਿਰੋਧੀਆਂ ਦੇ ਚੁੱਪ ਹੋ ਗਿਆ, ਕਿਸੇ ਕਾਂਗਰਸੀ ਨੇ ਉਹਦੇ ਤੇ ਕੋਈ ਬੋਲਿਆ। ਰਾਜਾ ਵੜਿੰਗ ਜਿਹੜੀ ਗੱਲ ਕਹਿੰਦਾ, ਜਿਹਦੇ ਵਾਸਤੇ ਕਈ ਛੋਟੇ ਟਰਾਂਸਪੋਰਟਰਾਂ ਨੇ ਕਿਹਾ ਕਿ ਸਾਨੂੰ ਆਹ ਮਾਫ ਕਰਨ ਦੀ ਗੱਲ ਕੀਤੀ ਸੀ, ਅਸੀਂ ਤਾਂ ਚਾਬੀਆਂ ਫੜਾ ਦੇਵਾਂਗੇ। ਜਿਸ ਵੇਲੇ ਚੋਰਾਂ ਨੂੰ ਕਾਬੂ ਕੀਤਾ ਜਾ ਰਿਹਾ, ਕਥਿਤ ਚੋਰਾਂ ਨੂੰ, ਜਿਹੜੇ ਟੈਕਸ ਦੀ ਚੋਰੀ ਕਰਦੇ ਆ, ਉਸ ਵੇਲੇ ਇਸ ਤਰ੍ਹਾਂ ਦਾ ਆਲਾਪ ਇਹ ਪਤਾ ਹੈ ਵੀ ਕੌਣ ਚੀਕਾਂ ਮਰਵਾ ਰਹੇ ਨੇ, ਕਿਹਦੇ ਕਾਰਨ ਕਰਕੇ ਸਾਰਾ ਕੁਝ ਹੋ ਰਿਹਾ ਹੈ। ਰਾਜਾ ਵੜਿੰਗ ਵਾਰ-ਵਾਰ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਟੈਕਸ ਭਰੋ, ਆਪਦੀਆਂ ਬੱਸਾਂ ਚਲਾਓ, ਜਿੰਨੀਆਂ ਮਰਜ਼ੀ ਚਲਾਓ, ਪਰ ਗੌਰਮੈਂਟ ਦਾ ਟੈਕਸ ਗੌਰਮੈਂਟ ਨੂੰ ਦਿਓ, ਇੱਕ ਰੂਟ ਤੇ 4-4 ਨਾ ਚਲਾਓ। ਅੱਗੇ ਤਕੜੇ ਦਾ 37 ਵੀ 100 ਸੀ। ਸੋ ਉਹ ਕਾਬੂ ਕਰਨ ਦਾ ਉਹਨੇ ਯਤਨ ਕੀਤਾ। ਉਹਨੇ ਟਾਈਮ ਦਿੱਤਾ ਕਿ 15 ਨਵੰਬਰ ਤੱਕ ਟਰਾਂਸਪੋਰਟ ਮਾਫੀਆ ਨੂੰ ਮੈਂ ਕਾਬੂ ਕਰ ਦਿਆਂਗਾ। ਜੇ 806 ਪਰਮਿਟ ਇਹ ਰੱਦ ਹੋਏ ਨੇ, ਇਹਨੂੰ ਨਵਾਂ ਅਪਲਾਈ ਕੀਤਾ ਜਾਵੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਮਾਮਲੇ ਦੇ ਵਿੱਚ ਦਖਲ ਦੇਣ, ਇਹਦੇ ਵਿੱਚੋਂ ਬੇਰੁਜ਼ਗਾਰਾਂ ਨੂੰ ਦਿਓ। ਉਹਦੇ ਵਿੱਚ ਕੋਈ ਪੈਮਾਨਾ ਨਾ ਰੱਖੋ ਕਿ ਅਕਾਲੀ ਹੈ, ਕਾਂਗਰਸੀ ਹੈ, ਆਪ ਵਾਲਾ ਹੈਗਾ, ਅਕਾਲੀ ਦਲ ਸੰਯੁਕਤ ਦਾ ਜਾਂ ਕੋਈ ਹੋਰ ਹੈ। ਨੌਜਵਾਨਾਂ ਨੂੰ ਦਿਓ 806 ਪਰਮਿਟ। ਘੱਟੋ ਘੱਟ 806 ਪਰਿਵਾਰ ਤਾਂ ਤੁਹਾਡੇ ਨਾਲ ਜੁੜਨਗੇ। ਉਹਨਾਂ ਦਾ ਕੱਲਾ ਜੀ ਸ਼ੁਕਰਾਨਾ ਕਰੇਗਾ ਕਿ ਚਲੋ ਕੋਈ ਨਹੀਂ, ਸਾਨੂੰ ਕੰਮ ਵਾਸਤੇ ਮਿਲ ਗਿਆ। ਜਿਹੜੇ ਬੱਚੇ ਬੇਰੁਜ਼ਗਾਰ ਹੋਏ ਫਿਰਦੇ ਨੇ, ਪਹਿਲਾਂ ਵੀ ਸਮਾਂ ਹੁੰਦਾ ਸੀ ਆਮ ਤੌਰ ਤੇ ਜਿਹੜੀਆਂ 1980 ਤੋਂ ਪਹਿਲਾਂ ਦਾ ਸਮਾਂ ਹੈ, ਉਦੋਂ ਇਹ ਰੂਟ ਪਰਮਿਟ ਜਿਹੜੇ ਹੈ ਆਮ ਤੌਰ ਤੇ ਭਾਵੇਂ ਕਾਂਗਰਸੀ ਹੋਣ, ਅਕਾਲੀ ਦਲ ਹੋਵੇ, ਇਹ ਵਰਕਰਾਂ ਨੂੰ ਦਿੰਦੇ ਹੁੰਦੇ ਸੀ। ਜਦੋਂ ਤੋਂ ਇਹਨਾਂ ਦੀ ਆਪ ਦੀ ਭੁੱਸ ਪੈਗੀ ਕਿ ਸਾਰੀ ਮਾਇਆ ਸਾਡੇ ਘਰਾਂ 'ਚ ਹੀ ਆ ਜਾਵੇ, ਛੋਟੇ ਛੋਟੇ ਅਕਾਲੀ ਵਰਕਰਾਂ ਤੋਂ ਵੀ ਖੋਹੇ ਗਏ, ਭਾਵੇਂ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਸੀ, ਅਕਾਲੀ ਵੀ ਸੀ, ਅਕਾਲੀ ਸਰਕਾਰ 'ਚ, ਕਾਂਗਰਸੀਆਂ ਤੋਂ ਵੀ ਇੱਕ ਰੂਟ ਕਾਬੂ ਕਰਕੇ ਛੋਟੇ ਛੋਟੇ ਰੂਟ, ਮੰਨ ਲਓ ਬਠਿੰਡਾ ਬਰਨਾਲਾ, ਬਰਨਾਲਾ ਪਟਿਆਲਾ, ਪਟਿਆਲਾ ਚੰਡੀਗੜ੍ਹ, ਇਹ ਸਾਰੇ ਖੋਹ ਕੇ ਸਿੱਧਾ ਹੀ ਅਬੋਹਰ ਤੋਂ ਚੰਡੀਗੜ੍ਹ ਬਣਾਤਾ। ਅਬੋਹਰ ਬਠਿੰਡਾ ਕਿੰਨਾ ਤੋਂ ਖੋਹ ਕੇ ਇਹ ਚਰਚਾ ਸੀ ਪਿਛਲੀ ਸਰਕਾਰ ਦੇ ਵਿੱਚ ਵੀ ਕਿਵੇਂ ਰੂਟ ਖੋਹ ਕੇ ਵੱਡੇ ਘਰਾਂ ਨੇ ਆਪਦੇ ਕੋਲ ਲਏ ਨੇ। ਜਦੋਂ ਕਈ ਸੰਤ ਮਹਾਂਪੁਰਸ਼ ਅਕਸਰ ਗੱਲ ਕਹਿੰਦੇ ਹੁੰਦੇ ਆ ਕਿ ਜਦੋਂ ਰਾਜੇ ਵਪਾਰੀ ਬਣ ਜਾਣ ਤਾਂ ਲੋਕਾਂ ਨਾਲ ਇਨਸਾਫ ਨਹੀਂ ਹੁੰਦਾ, ਲੋਕਾਂ ਨੂੰ ਫਿਰ ਉਸ ਵੇਲੇ ਇਨਸਾਫ ਨਹੀਂ, ਉਹਨਾਂ ਦੇ ਹੱਕਾਂ ਤੇ ਡਾਕੇ ਵੱਜਦੇ ਨੇ। ਸੋ ਜਿਹੜਾ ਇਹ ਟਰਾਂਸਪੋਰਟ ਵਾਲੇ ਮਾਮਲੇ ਦੇ ਵਿੱਚ ਰਾਜਾ ਵੜਿੰਗ ਕਰਨ ਦਾ ਯਤਨ ਕਰ ਰਿਹਾ ਹੈ, ਇਹ ਸਿਆਸੀ ਆਗੂ ਜਿੰਨੀਆਂ ਮਰਜ਼ੀ ਚੀਕਾਂ ਮਾਰ ਲੈਣ, ਜਿਨ੍ਹਾਂ ਦੇ ਨਜਾਇਜ਼ ਪਰਮਿਟ ਰੱਦ ਹੋਣਗੇ, ਨਜਾਇਜ਼ ਬੱਸਾਂ ਬੰਦ ਹੋਣਗੀਆਂ, ਹਾਲ ਤਾਂ ਟਾਈਮ ਟੇਬਲ ਆਉਣਾ ਹੈ, ਟਾਈਮ ਟੇਬਲ ਸਹੀ ਬਣੇਗਾ, ਉਹਨਾਂ ਨੇ ਚੀਕਾਂ ਮਾਰਨੀਆਂ। ਪਰ ਪੰਜਾਬ ਦੀ ਆਮ ਜਨਤਾ ਰਾਜਾ ਵੜਿੰਗ ਦੀ ਅਤੇ ਜਿਹੜੀ ਹੁਣ ਅਦਾਲਤ ਦੇ ਕਹਿਣ ਤੇ ਕਾਰਵਾਈ ਹੋਈ ਆ, ਇਹਦੇ ਤੋਂ ਬਾਗੋ ਬਾਗ ਹੈ। ਉਧਰ ਅਗਰ ਗੱਲ ਕੀਤੀ ਜਾਵੇ ਕੈਬਨਿਟ ਮੰਤਰੀ ਬਲਵੀਰ ਸਿੱਧੂ ਦੀ, ਤਾਂ ਬਲਵੀਰ ਸਿੱਧੂ ਨੇ ਵੀ ਕਿਸਾਨਾਂ ਦੀ ਜਿਹੜੀ ਪਰਾਲੀ ਆ ਉਸ ਨੂੰ ਲੈ ਕੇ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਬੋਲੇ ਨੇ, ਤੇ ਕੈਪਟਨ ਅਮਰਿੰਦਰ ਸਿੰਘ ਦੇ ਵੀ ਵਾਰ ਕੀਤਾ ਜੀ ਉਹਨਾਂ ਨੇ। ਇੱਕ ਤਾਂ ਉਹ ਕੋਈ ਖੇਤੀ ਮੇਲਾ ਲੱਗਿਆ ਸੀਗਾ ਅੱਜ ਮੋਹਾਲੀ ਦੇ ਵਿੱਚ, ਸ਼ਾਇਦ ਇੱਧਰ ਹੀ ਕਿਤੇ, ਉੱਥੇ ਉਹ ਗਏ ਸਨ।
ਉੱਥੇ ਉਹਨਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਕਿਸਾਨ ਭਰਾਵੋ ਪਰਾਲੀ ਨੂੰ ਨਾ ਸਾੜੋ। ਜੀ ਇਹ ਬਹੁਤ ਵੱਡਾ ਇਲਜ਼ਾਮ ਸਾਡੇ ਤੇ ਲੱਗ ਰਿਹਾ ਹੈ ਔਰ ਮੈਂ ਕਈ ਵਾਰੀ ਇਸ ਤੇ ਗੱਲ ਕਰ ਚੁੱਕਿਆ ਕਿ ਇਹ ਕੰਮ ਸੰਯੁਕਤ ਮੋਰਚੇ ਨੂੰ ਆਪਣੇ ਹੱਥਾਂ 'ਚ ਲੈਣਾ ਚਾਹੀਦਾ ਹੈ। ਜੀ ਸਰਕਾਰ ਦੇ ਨਾਲ ਬੈਠੋ, ਜਿਹੜਾ ਕੰਮ ਸਰਕਾਰ ਤੋਂ ਕਰਾਉਣ ਵਾਲਾ ਉਹ ਸਰਕਾਰ ਤੋਂ ਕਰਾਓ, ਜੀ ਜਿਹੜਾ ਕੰਮ ਤੁਹਾਡੇ ਪੱਧਰ ਤੇ ਹੋਣ ਵਾਲਾ ਉਹ ਤੁਹਾਡੇ ਪੱਧਰ ਤੇ ਕਰਾਓ। ਜੀ ਮੈਂ ਸਮਝਦਾ ਕਿ ਛੋਟੇ ਤੇ ਦਰਮਿਆਨੇ ਕਿਸਾਨ ਵਾਸਤੇ ਆਪ ਮਸ਼ੀਨਰੀ ਇਕੱਠੀ ਕਰਨੀ ਬਹੁਤ ਔਖੀ ਹੈ। ਜੀ ਜਿਹੜਾ ਪਿਛਲਾ ਸਾਡਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਆ ਗੁਰੂ ਦਾ, ਜੀ ਉਹਦੇ ਤੇ ਆਓ। ਜਿਹੜੇ ਵੱਡੇ ਕਿਸਾਨ ਹੈ ਉਹ ਛੋਟੇ ਕਿਸਾਨਾਂ ਨੂੰ ਨਾਲ ਲਾ ਲੈਣ, ਜੀ ਉਹਨਾਂ ਤੋਂ ਖਰਚਾ ਲੈ ਕੇ ਉਹਨਾਂ ਦਾ ਕੰਮ ਕੀਤਾ ਜਾਵੇ ਜੀ ਤੇ ਸਰਕਾਰਾਂ ਵੀ ਨਾ ਇਹ ਮਸ਼ੀਨਰੀਆਂ ਤੇ ਸਬਸਿਡੀਆਂ ਦੇਣ ਦੀ ਥਾਂ ਤੇ ਜੀ ਕਿਸਾਨ ਨੂੰ ਦਿਓ। ਜੀ ਉਹਨਾਂ ਨੇ ਵੀ ਗੱਲ ਕਹੀ ਹੈ ਕਿ 2-2.5 ਹਜ਼ਾਰ ਰੁਪਈਆ ਜੀ ਏਕੜ ਦਾ ਜੀ ਕਿਸਾਨ ਨੂੰ ਦੇ ਦਿੱਤਾ ਜਾਵੇ ਜੀ ਕਿ ਜਿਹੜੇ ਕਿਸਾਨ ਅੱਗ ਨਹੀਂ ਲਾਉਣਗੇ ਜੀ ਉਹਨਾਂ ਨੂੰ ਇਹ ਪੈਸਾ ਦਿੱਤਾ ਜਾਵੇਗਾ। ਮੈਨੂੰ ਅੱਜ ਤਾਜ਼ੀ ਗੱਲ ਪਤਾ ਲੱਗੀ ਹੈ ਕਿ ਪਿਛਲੇ ਸਾਲ ਵੀ ਕਿਹਾ ਗਿਆ ਸੀ ਕਿ ਜਿਹੜੇ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਸਹਾਇਤਾ ਵਜੋਂ ਕੁਝ ਪੈਸੇ ਦਿੱਤੇ ਜਾਣਗੇ, ਪਰ ਉਹ ਦਿੱਤੇ ਨਹੀਂ ਗਏ। ਜੀ ਮੌਜੂਦਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਜੀ ਇਸ ਗੱਲ ਤੇ ਯਕੀਨੀ ਬਣਾਵੇ ਕਿ ਜੇ ਪਿਛਲੇ ਸਾਲ ਸਰਕਾਰ ਨੇ ਅਨਾਉਂਸ ਕੀਤੇ ਤਾਂ ਸਰਕਾਰ ਨੇ ਸੀ ਨਾ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੀ, ਤਾਂ ਉਹ ਕੇਸ ਕਢਾਇਆ ਜਾਵੇ। ਜੇ ਉਹ ਨਹੀਂ ਦਿੱਤੇ ਤਾਂ ਤੁਰੰਤ ਦਿੱਤੇ ਜਾਣ। ਅਗਲੇ ਸਮੇਂ ਵਾਸਤੇ ਇਹ ਐਲਾਨ ਕੀਤਾ ਜਾਵੇ ਕਿ 2000 ਰੁਪਈਆ ਘੱਟੋ ਘੱਟ, ਜੀ ਵੱਧ ਸਰਕਾਰ ਜਿੰਨਾ ਮਰਜ਼ੀ ਕਰ ਲੇ ਜਾਂ ਇਹ ਆਪਸ ਵਿੱਚ ਦੀ ਤੈਅ ਕਰ ਲੈਣ, ਘੱਟੋ ਘੱਟ 2000 ਰੁਪਈਆ ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ ਕਿ ਜਿਹੜਾ ਪਰਾਲੀ ਨਹੀਂ ਸੜੇਗਾ ਉਹਨੂੰ 2000, ਜਦੋਂ ਕਿਸਾਨ ਨੂੰ 2000 ਮਿਲ ਜਾਵੇਗਾ ਉਹਦੇ 2000 ਚੋਂ ਕੋਈ ਬਚਤ ਹੋਵੇ ਜਾਂ ਨਾ ਹੋਵੇ, ਜੀ ਘੱਟੋ ਘੱਟ ਉਹ 2000 ਦੇ ਵਿੱਚ ਜਿਹੜੀਆਂ SMS ਪ੍ਰਣਾਲੀ ਵਾਲੀਆਂ ਕੰਬਾਈਨਾਂ ਨੇ ਉਹਨਾਂ ਨੂੰ ਵੱਧ ਦੇ ਸਕਦਾ ਹੈ। ਇਹਦਾ ਹੱਲ ਹੋ ਸਕਦਾ ਹੈ। ਇਹ ਹੱਲ ਸਾਨੂੰ ਸਾਰਿਆਂ ਨੂੰ ਮਿਲ ਕੇ ਕੱਢਣਾ ਪਊਗਾ। ਅਸੀਂ ਆਪ ਖਰਾਬ ਕਰ ਰਹੇ ਹਾਂ, ਬਿਮਾਰੀਆਂ ਵੱਧ ਰਹੀਆਂ ਨੇ, ਉਮਰਾਂ ਘਟ ਰਹੀਆਂ ਨੇ। ਜੋ ਪ੍ਰਦੂਸ਼ਣ ਕੰਟਰੋਲ ਬੋਰਡ ਕੋਲੇ ਰਿਪੋਰਟ ਪਈ ਹੈ, ਇੱਕ ਸਟੱਡੀ ਪਈ ਹੈ, ਖੋਜ ਹੋਈ ਹੈ, ਅਸੀਂ ਉਸ ਦੇ ਉੱਤੇ ਡਾਕਟਰਾਂ ਨੂੰ ਦਵਾਈਆਂ ਘੱਟ ਦਈਏ, ਉਹ ਪੈਸਾ ਅਸੀਂ ਇੱਧਰ। ਇਹ ਸਾਂਝੇ ਹੋ ਕੇ ਹੱਲ ਕੱਢਣਾ ਪੈਣਾ ਹੈ। ਨਾ ਇਕੱਲੇ ਕਿਸਾਨ ਕਰ ਸਕਦੇ ਹੈ, ਨਾ ਇਕੱਲੀ ਸਰਕਾਰ ਕਰ ਸਕਦੀ ਹੈ, ਨਾ ਅਧਿਕਾਰੀ ਕਰ ਸਕਦੇ ਹੈ। ਬੜੇ ਚਿਰਾਂ ਤੋਂ ਮੈਂ ਸਮਝਦਾ ਕਿ ਜੇ 2021 ਵਿੱਚ ਅਸੀਂ ਪਰਾਲੀ ਮੁਕਤ ਪੰਜਾਬ ਕਰਨਾ ਹੈ ਤਾਂ ਅੱਜ ਸੋਚਣਾ ਪਊਗਾ। ਅੱਜ ਉਸ ਵੇਲੇ ਤੱਕ ਉਹ ਕੰਮ ਕਰਨ ਦੀ ਲੋੜ ਹੈ। ਇਹ ਬਲਵੀਰ ਸਿੰਘ ਸਿੱਧੂ ਹੋਰਾਂ ਨੇ। ਤੀਜੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦੇ ਦਿੱਤੀ ਆ, ਉਹ ਵੀ ਸਿੱਧੂ ਨੇ। ਉਹ ਕਹਿੰਦੇ ਕੈਪਟਨ ਸਾਹਿਬ, ਤੁਹਾਨੂੰ ਪ੍ਰਧਾਨ ਵੀ ਦਿੱਤਾ, ਤੁਹਾਨੂੰ ਮੁੱਖ ਮੰਤਰੀ ਵੀ ਬਣਾਇਆ, ਅੱਜ ਤੁਸੀਂ ਜੇ ਨਹੀਂ ਤਾਂ ਕਾਂਗਰਸ ਡੁੱਬ ਗਈ ਹੈ, ਕਾਂਗਰਸ ਦੇ ਵਿਰੋਧ 'ਚ ਹੋ ਕੇ ਖੜ ਗਏ ਹੋ, ਇਹ ਗਲਤ ਗੱਲ ਹੈ। ਤੁਹਾਨੂੰ ਕਦੇ ਤੁਸੀਂ ਦੇਣਦਾਰੀ ਪਾਰਟੀ ਦੀ ਦੇ ਹੀ ਨਹੀਂ ਸਕਦੇ। ਅੱਜ ਤੁਸੀਂ ਇਕਰਤਕਨਾਂ ਵਾਲੇ ਕੰਮ ਕਰ ਰਹੇ ਹੋ, ਇਹ ਨਾ ਕਰੋ। ਜੀ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੇ ਜਿਹੜੇ ਹੋਲਡਿੰਗ ਬੋਰਡ ਅਤੇ ਬੱਸਾਂ ਦੇ ਪਿੱਛੇ ਜਿਹੜੇ ਪੋਸਟਰ ਲੱਗੇ ਸੀਗੇ ਉਹ ਪਾੜੇ ਨੇ। ਉਹਨਾਂ ਦਾ ਕਹਿਣਾ ਕਿ ਜਿਹੜੀ ਨਰਮੇ ਦੀ ਫਸਲ ਖਰਾਬ ਹੋਈ ਸੀ ਉਹਦੀ ਵਿੱਤੀ ਸਹਾਇਤਾ ਦਿੱਤੀ ਜਾਵੇ, ਜਿਸ ਨੂੰ ਲੈ ਕੇ ਉਹਨਾਂ ਨੇ ਰੋਸ ਪ੍ਰਗਟ ਕੀਤਾ। ਜੀ ਬਿਲਕੁਲ ਠੀਕ ਹੈਗਾ, ਉੱਥੋਂ ਦੇ ਕਿਸਾਨਾਂ ਨੇ ਰੋਸ ਪ੍ਰਗਟਾਇਆ ਹੈਗਾ। ਦੇਖੋ, ਹਾੜੀ ਤੇ ਸੌਣੀ ਦੋ ਫਸਲਾਂ ਹੀ ਨੇ। ਜੀ ਜਿਹੜਾ ਨਰਮਾ ਪੱਟੀ ਆ, ਨਰਮਾ ਪੱਟੀ ਨੂੰ ਜਿਵੇਂ ਲੁਧਿਆਣੇ ਦੇ ਵਿੱਚ ਨਕਲੀ ਕੀੜੇ ਮਾਰ ਦਵਾਈ ਫੜੀ ਗਈ, ਜੀ ਇਸੇ ਤਰ੍ਹਾਂ ਉਸ ਏਰੀਏ ਦੇ ਵਿੱਚ ਨਕਲੀ ਕੀੜੇ ਮਾਰ ਦਵਾਈਆਂ ਜੀ ਤੇ ਨਕਲੀ ਬੀਜ, ਇਹਦਾ ਬਹੁਤ ਵੱਡਾ ਸਕੈਂਡਲ ਹੈ, ਬਹੁਤ ਵੱਡਾ ਘਪਲਾ ਹੈ, ਬਹੁਤ ਲੋਕ ਸ਼ਾਮਲ ਨੇ। ਜੀ ਪਿਛਲੀ ਸਰਕਾਰ ਦੇ ਵਿੱਚ ਵੀ ਨਕਲੀ ਕੀੜੇ ਮਾਰ ਦਵਾਈਆਂ ਦੇ ਬੱਟੇ ਇੱਕ ਪੈਸੇ ਫੜੇ ਗਏ ਸੀ ਕਾਰ ਚੋਂ, ਜਿਹੜੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਤੱਕ ਦੇਣ ਦੇ ਦੋਸ਼ ਲੱਗਦੇ ਆ। ਜੀ ਸੋ ਨਾ ਉਸ ਸਾਫ਼ ਸੀ, ਨਾ ਇਹ ਸਾਫ਼ ਹੋਏ ਹੈ। ਇਹਨਾਂ ਨੇ ਗਦਾਵਰੀ ਦਾ ਐਲਾਨ ਕੀਤਾ। ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਖੁਦ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਾ ਕੇ ਇਹ ਐਲਾਨ ਕਰਕੇ ਆਏ ਸਨ। ਸਮਾਂ ਕਾਫੀ ਹੋ ਗਿਆ, ਤੁਰੰਤ ਉਹਨਾਂ ਕਿਸਾਨਾਂ ਨੂੰ ਉਹ ਮੁਆਵਜ਼ਾ ਦਿੱਤਾ ਜਾਵੇ। ਚੰਗਾ ਤਾਂ ਇਹ ਹੋਵੇ ਜੇ ਦੀਵਾਲੀ ਤੋਂ ਪਹਿਲਾਂ ਹੀ ਦੇ ਦਿਓ, ਉਹ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਜੋ ਵੀ ਸਰਕਾਰ ਨੇ ਦੇਣਾ। ਸੋ ਸਾਰਾ ਕੁਝ ਤਾਂ ਨਹੀਂ ਮੁੜਦਾ ਹੁੰਦਾ, ਪਰ ਫਿਰ ਵੀ ਜੇ ਮੁਆਵਜ਼ੇ ਦੇ ਰੂਪ ਵਿੱਚ ਕਿਸਾਨਾਂ ਦਾ ਕੋਈ ਚੰਗਾ ਮੁਆਵਜ਼ਾ ਦੇ ਦਿੱਤਾ ਜਾਵੇ ਤਾਂ ਉਹਨਾਂ ਦੇ ਜ਼ਖਮਾਂ ਤੇ ਮਰਹਮ ਹੋਵੇਗਾ। ਇਸੇ ਕਰਕੇ ਕਿਸਾਨ ਆਪ ਦਾ ਵਿਰੋਧ ਕਰ ਰਹੇ ਨੇ। ਸਿਆਸੀ ਪਾਰਟੀਆਂ ਵਾਲੇ ਵੀ ਵਿੱਚ ਆਪਦੀਆਂ ਰੋਟੀਆਂ ਸੇਕਦੇ ਨੇ ਇਹੋ ਜਿਹੇ ਮੌਕਿਆਂ ਦੇ ਉੱਤੇ, ਪਰ ਸੱਚੀ ਮੁੱਚੀ ਜਿਹੜੀ ਗੁਲਾਬੀ ਸੁੰਡੀ ਨੇ ਨੁਕਸਾਨ ਕੀਤਾ ਹੈ
ਉਹ ਬਹੁਤ ਵੱਡਾ ਹੈ। ਉਹਦੇ ਪਿੱਛੇ ਜਿਹੜੇ ਮਾਰਕਫੈਡ ਜਿਨ੍ਹਾਂ ਦੇ ਕੋਲ ਹੈ, ਸਹਿਕਾਰਤਾ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਹੁਣ ਪੁਲਿਸ ਵੀ ਉਹਨਾਂ ਕੋਲੇ ਹੈ, ਉਹ ਵੀ ਕਾਫੀ ਅਨਾਊਂਸਮੈਂਟਾਂ ਕਰਕੇ ਆਏ ਸੀ। ਇਹ ਬੀ ਹੈ, ਕੀੜੇ ਮਾਰ ਦਵਾਈ ਹੈ, ਇਹਦੀ ਤੁਰੰਤ ਜਾਂਚ ਕਰਾਓ। ਜਾਂਚ ਕਰਾ ਕੇ ਫਿਰ ਜਿਹੜੇ ਇਹਦੇ ਵਿੱਚ ਦੋਸ਼ੀ ਨੇ, ਫਿਰ ਭਾਈ ਭਤੀਜਾ ਆਬਾਦ ਨਾ ਰੱਖਿਓ ਜੀ। ਇਹ ਵੀ ਨਾ ਰੱਖਿਓ ਕਿ ਫਲਾਣੇ ਨਾਲ ਆਪਣੀ ਰਿਸ਼ਤੇਦਾਰੀ ਨਿਭਦੀ ਹੈ, ਉਹਦੇ ਤੇ ਫੈਸਲਾ ਕਰ ਦਿਓ ਤੇ ਮਿਸਾਲੀ ਸਜ਼ਾ ਦੇ ਦਿਓ, ਤਾਂ ਕਿ ਭਵਿੱਖ ਦੇ ਵਿੱਚ ਕੋਈ ਬੰਦਾ ਕਿਸਾਨਾਂ ਦੀ ਇਸ ਤਰ੍ਹਾਂ ਦੀ ਲੁੱਟ ਨਾ ਕਰੇ ਜੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਾਜਪੁਰਾ ਵਿਖੇ ਪਹੁੰਚੇ ਨੇ, ਜਿੱਥੇ ਉਹਨਾਂ ਨੇ ਸ਼ਿਵ ਮੰਦਿਰ ਦੇ ਵਿੱਚ ਜਿਹੜਾ ਉਹ ਮੱਥਾ ਟੇਕਿਆ ਜੀ। ਨਲਾਸ ਦੇ ਵਿੱਚ ਮੰਦਿਰ ਹੈ ਜੀ, ਜਿੱਥੇ ਥਰਮਲ ਪਲਾਂਟ ਲੱਗਿਆ ਵਾ, ਉੱਥੇ ਉਹ ਮੱਥਾ ਟੇਕ ਕੇ ਨੇ। ਅੱਜ ਕੱਲ੍ਹ ਸੁਖਬੀਰ ਸਿੰਘ ਨੂੰ ਜਿਹੜੇ ਸਲਾਹਕਾਰ ਆ, ਉਹਨਾਂ ਨੇ ਇੱਕ ਸਲਾਹ ਦਿੱਤੀ ਹੋਈ ਹੈ ਕਿ ਜਿਵੇਂ ਉਹਨਾਂ ਦੇ ਪਿਤਾ ਸ਼੍ਰੀ ਕੋਈ ਡੇਰਾ ਨਹੀਂ ਛੱਡਦੇ ਸੀ ਵੀ ਤੁਸੀਂ ਵੀ ਕੋਈ ਡੇਰਾ ਨਾ ਛੱਡਿਓ। ਸੋ ਸਿਆਸੀ ਲੋਕਾਂ ਨੂੰ ਜਿੱਥੋਂ ਵੋਟਾਂ ਮਿਲਦੀਆਂ ਹੋਣ, ਇਸੇ ਕਰਕੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਾਰਾ ਕੁਝ ਤਿਆਗ ਕੇ ਸਰਸੇ ਵਾਲੇ ਦੇ ਡੇਰੇ 'ਚ ਵੀ ਗਏ ਸੀ, ਜਿਹੜਾ ਸਿੱਖ ਧਰਮ ਦੇ ਉਲਟ ਹੈ। ਇਹਨਾਂ ਸਿਆਸੀ ਆਗੂਆਂ ਦਾ ਕੋਈ ਦੀਨ ਮਾਨ ਨਹੀਂ। ਇਹ ਜੇ ਕਹਿਣ ਵੀ ਸ਼ਰਧਾ ਨਾਲ ਗਏ ਨੇ, ਬਿਲਕੁਲ ਨਹੀਂ। ਵੋਟਾਂ ਦੀ ਰਾਜਨੀਤੀ ਹੈ, ਜਿੱਥੋਂ 4 ਵੋਟਾਂ ਪ੍ਰਾਪਤ ਹੁੰਦੀਆਂ ਨੇ। ਸਿਆਸੀ ਆਗੂ ਇਕੱਲੇ ਸੁਖਬੀਰ ਸਿੰਘ ਕਿਉਂ? ਇਹ ਇਸ ਕਰਕੇ ਹੈ ਕਿਉਂਕਿ ਸਿੱਖ ਧਰਮ ਦੇ ਨਾਲ ਜੁੜੇ ਹੋਏ ਨੇ। ਇਹਨਾਂ ਤੇ ਤਾਂ ਤਵਾ ਜ਼ਿਆਦਾ ਲੱਗਦਾ ਹੈ, ਕੋਈ ਸਿਆਸੀ ਆਗੂ ਨਹੀਂ ਰਹਿੰਦਾ। ਉਹ ਜਿੱਥੋਂ 4 ਵੋਟਾਂ ਪ੍ਰਾਪਤ ਹੋ, ਨਾ ਕੋਈ ਡੇਰਾ ਛੱਡੇ, ਨਾ ਕੋਈ ਮੰਦਿਰ ਛੱਡੇ, ਨਾ ਮਸਜਿਦ ਛੱਡੇ, ਨਾ ਗਿਰਜਾ ਘਰ ਛੱਡੇ, ਨਾ ਗੁਰੂ ਘਰ ਛੱਡੇ। ਉਹਨਾਂ ਨੇ ਉੱਥੇ ਜਾਣਾ, ਨਾ ਕਿਸੇ ਬਾਬੇ ਦੇ ਡੇਰੇ ਨੂੰ ਛੱਡਣ ਜੀ। ਉਧਰ ਪਾਰਟੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਕੱਲ ਦਿੱਲੀ ਦੌਰੇ ਤੇ ਆ ਰਹੇ ਨੇ ਜੀ, ਆਪਣਾ ਪੰਜਾਬ ਦੌਰੇ ਤੇ। ਪਤਾ ਲੱਗਿਆ ਕਿ ਉਹ 2 ਦਿਨਾਂ ਵਾਸਤੇ ਇੱਥੇ ਪੰਜਾਬ ਦੇ ਵਿੱਚ ਆ ਰਹੇ ਨੇ ਜੀ। ਇੱਕ ਦਿਨ ਤਾਂ ਉਹਨਾਂ ਨੇ, ਜਿਹੜਾ ਕੱਲ ਦਾ ਦਿਨ ਹੈ ਜੀ, ਉਹ ਜਿਹੜਾ ਹੈਗਾ ਕੱਲ 28 ਹੈ, ਠੀਕ ਹੈ, ਕੱਲ ਦੇ ਦਿਨ ਦੇ ਵਿੱਚ ਉਹ ਕਿਸਾਨਾਂ ਨੂੰ ਮਿਲਣਗੇ ਤੇ 29 ਨੂੰ ਵਪਾਰੀਆਂ ਨੂੰ ਮਿਲਣਗੇ। ਆਉਣ ਜੀ, ਸਦਕੇ ਆਉਣ, ਪਰ ਕੁਝ ਪੱਲੇ ਪਾ ਕੇ ਜਾਣ। ਕੱਲੀਆਂ ਗੱਲਾਂ ਦਾ ਕੜਾਹ ਨਹੀਂ, ਲੋਕਾਂ ਨੂੰ ਗੱਲਾਂ ਦਾ ਕੜਾਹ ਬਣਾਓਗੇ ਤਾਂ ਲੋਕ ਤੁਹਾਡੇ ਉਲਟ ਹੋਣਗੇ। ਲੋਕ ਕੁਝ ਚਾਹੁੰਦੇ ਨੇ, ਜੇ ਚੰਗਾ ਹੋਵੇ ਉਹਨਾਂ ਦੇ ਉਸ ਗੱਲ ਦੇ ਉੱਤੇ ਕੁਝ ਕਰਕੇ ਦਿਓ। ਲੋਕਾਂ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੀਆਂ, ਇਹਨਾਂ ਤੋਂ ਭਰੋਸਾ ਉੱਠਿਆ ਹੋਇਆ। ਜੇ ਕੋਈ ਤੀਜੀ ਧਿਰ ਕੋਈ ਚੱਜ ਦੀ ਗੱਲ ਲੱਗੇ ਕਿ ਸਾਨੂੰ ਆਹ ਬਦਲ ਮਿਲ ਰਿਹਾ ਜਿਹਦੇ ਵਿੱਚ ਸ਼ਾਇਦ ਸਾਡੀ ਲੁੱਟ ਬਚ ਜਾਵੇ, ਤਾਂ ਲੋਕ ਇਸ ਵੇਲੇ ਤਤਪਰ ਹੋਏ ਬੈਠੇ ਨੇ ਤੀਜੀ ਧਿਰ ਨੂੰ ਲਿਆਉਣ ਵਾਸਤੇ। ਲਿਆਉਣ 'ਚ 17 'ਚ ਵੀ ਤਿਆਰ ਸੀ। ਉਸ ਵੇਲੇ ਕੇਜਰੀਵਾਲ ਸਾਹਿਬ ਦੇ ਜਿਹੜੇ ਅਹਿਲਕਾਰ ਇੱਥੇ ਛੱਡੇ ਗਏ ਸੀ, ਉਹਨਾਂ ਦੀਆਂ ਗਲਤੀਆਂ ਕਰਕੇ ਪੰਜਾਬ ਦੇ ਵਿੱਚ ਤੀਜੀ ਧਿਰ ਨਹੀਂ ਬਣੀ। ਪਰ ਫਿਰ ਵੀ ਪੰਜਾਬ ਉਹ ਧਰਤੀ ਹੈ ਜਿਹਨੇ ਪੂਰੇ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਨੂੰ 4 MP ਦਿੱਤੇ 2014 'ਚ ਤੇ 20+2 ਸਹਿਯੋਗੀ, 22 MLA ਦਿੱਤੇ, ਜਿਹੜਾ ਦਿੱਲੀ ਤੋਂ ਬਗੈਰ ਹੋਰ ਕਿਤੇ MP ਤਾਂ ਦਿੱਲੀ 'ਚ ਵੀ ਨਹੀਂ ਹੋਏ ਜਿਹੜੇ ਪੰਜਾਬ ਨੇ ਦਿੱਤੇ ਨੇ। ਸਾਂਭਿਆ ਨਹੀਂ ਗਿਆ ਉਹਨਾਂ ਤੋਂ ਪੰਜਾਬ ਦਾ ਸੱਭਿਆਚਾਰ, ਪੰਜਾਬ ਦੇ ਲੋਕਾਂ ਦੀ ਨਬਜ਼ ਟੋਨ ਦੇ ਵਿੱਚ ਕੇਜਰੀਵਾਲ ਸਾਹਿਬ ਨਾਕਾਮ ਰਹੇ। ਅੱਜ ਵੀ ਜੇ ਉਹ ਇਹਨਾਂ ਦੀ ਨਬਜ਼ ਟੋਨ ਦੇ ਵਿੱਚ ਨਾਕਾਮ ਰਹਿਣਗੇ ਤਾਂ 2022 ਦੇ ਵਿੱਚ ਉਹ ਸੁਪਨਾ ਉਹਨਾਂ ਦਾ ਪੂਰਾ ਨਹੀਂ ਹੋਵੇਗਾ, ਬਾਜੀ ਕੋਈ ਹੋਰ ਮਾਰ ਸਕਦਾ। ਜੀ ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦੇ 'ਤੇ ਚਰਚਾ ਕੀਤੀ ਹੈ। ਹੁਣ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਕੱਲ੍ਹ ਨੂੰ ਪੰਜਾਬ ਦੇ ਵਿੱਚ ਆ ਰਹੇ ਨੇ। ਹੁਣ ਦੇਖਣਾ ਇਹ ਹੋਊਗਾ ਕਿ ਉਹ ਪੰਜਾਬ ਦੇ ਵਿੱਚ ਆ ਕੇ ਕਿਹੜੇ ਨਵੇਂ ਐਲਾਨ ਕਰਦੇ ਨੇ। ਅਤੇ ਉੱਧਰ ਦੇਖਿਆ ਜਾਵੇ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨੇ ਜਿਹੜੇ ਉਹ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ। ਦੇਖਣਾ ਇਹ ਹੋਊਗਾ ਕਿ ਉਹ ਕਦੋਂ ਕਰਦੇ ਨੇ ਅਤੇ ਉਹਨਾਂ ਨਾਲ ਕੌਣ ਕੌਣ ਜਾਂਦਾ ਹੈ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।